ਹੈਲੋ ਸਟੂਡੈਂਟਸ ਕਲਾਸ 10+1 ਬਾਇਓਲੋਜੀ ਦੀ ਆਨਲਾਈਨ ਕਲਾਸ ਵਿੱਚ ਇੱਕ ਵਾਰ ਫਿਰ ਤੁਹਾਡਾ ਸਭ ਦਾ ਸਵਾਗਤ ਹੈ। ਬੇਟਾ ਅਸੀਂ ਕਰ ਰਹੇ ਹਾਂ ਤੁਹਾਡਾ ਯੂਨਿਟ ਨੰਬਰ 3 ਸੈੱਲ ਇਟਸ ਸਟਰਕਚਰ ਐਂਡ ਫੰਕਸ਼ਨ। ਯੂਨਿਟ ਨੰਬਰ 3 ਨੂੰ ਬੇਟਾ 3 ਚੈਪਟਰਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ, ਜਿਸ ਦੇ ਵਿੱਚ ਸਭ ਤੋਂ ਪਹਿਲਾ ਸਾਡਾ ਚੈਪਟਰ ਜਿਹੜਾ ਹੈਗਾ ਬੇਟਾ ਸੈੱਲ ਦਾ ਯੂਨਿਟ ਆਫ ਲਾਈਫ, ਜਿਹਦੇ ਵਿੱਚ ਅਸੀਂ ਬੇਟਾ ਮੇਨਲੀ ਸੈੱਲ ਦੇ ਸਟਰਕਚਰ ਬਾਰੇ ਡਿਸਕਸ ਕੀਤਾ ਹੈ। ਪ੍ਰੋਕੈਰੀਓਟਿਕ ਸੈੱਲ, ਯੂਕੈਰੀਓਟਿਕ ਸੈੱਲ ਇਸ ਦੀ ਡਿਸਕਸ਼ਨ ਕੀਤੀ ਹੈ। ਪਲਾਂਟ ਸੈੱਲ, ਐਨੀਮਲ ਸੈੱਲ ਦੇ ਡਿਫਰੈਂਸਸ ਐਂਡ ਦੈਨ ਯੂਕੈਰੀਓਟਿਕ ਸੈੱਲ ਤੇ ਪ੍ਰੋਕੈਰੀਓਟਿਕ ਸੈੱਲ ਦੇ ਵਿੱਚ ਜਿੰਨੀਆਂ ਵੀ ਆਰਗੈਨੇਲਿਜ਼ ਹੈਗੀਆਂ ਨੇ ਉਹ ਸਭ ਆਰਗੈਨੇਲਿਜ਼ ਬਾਰੇ ਅਸੀਂ ਚੈਪਟਰ ਨੰਬਰ 1 ਸੈੱਲ ਦਾ ਯੂਨਿਟ ਆਫ ਲਾਈਫ ਦੇ ਵਿੱਚ ਡਿਸਕਸ਼ਨ ਕਰ ਚੁੱਕੇ ਹਾਂ। ਅੱਜ ਬੇਟਾ ਅਸੀਂ ਇਸ ਯੂਨਿਟ ਦਾ ਚੈਪਟਰ ਨੰਬਰ 2 ਸਟਾਰਟ ਕਰਨ ਜਾ ਰਹੇ ਹਾਂ, ਦੈਟ ਇਜ਼ ਬਾਇਓਮੋਲੀਕਿਊਲਸ। ਇਸ ਤੋਂ ਇਲਾਵਾ ਬੇਟਾ ਇਸ ਯੂਨਿਟ ਦੇ ਵਿੱਚ ਇੱਕ ਹੋਰ ਚੈਪਟਰ ਹੈਗਾ ਜਿਸ ਦੇ ਵਿੱਚ ਬੇਟਾ ਅਸੀਂ ਸੈੱਲ ਡਿਵੀਜ਼ਨ ਐਂਡ ਸੈੱਲ ਸਾਈਕਲ ਉਸ ਦੇ ਬਾਰੇ ਪੜਾਂਗੇ। ਬਟ ਅੱਜ ਬੇਟਾ ਸਾਡਾ ਜੋ ਕੰਸਰਨ ਹੈਗਾ ਉਹ ਚੈਪਟਰ ਨੰਬਰ 2 ਦੈਟ ਇਜ਼ ਬਾਇਓਮੋਲੀਕਿਊਲਸ ਇਸ ਦੇ ਨਾਲ ਹੈ। ਅੱਜ ਅਸੀਂ ਬਾਇਓਮੋਲੀਕਿਊਲਸ ਬਾਰੇ ਪੜਾਂਗੇ। ਸੋ ਬੇਟਾ ਬਾਇਓਮੋਲੀਕਿਊਲਸ ਕੀ ਹੁੰਦੇ ਹੈ? ਬਾਇਓ ਮੀਨਸ ਲਾਈਫ, ਮੋਲੀਕਿਊਲਸ ਲਾਈਫ ਦੇ ਵਿੱਚ ਹੋਣ ਵਾਲੇ ਮੋਲੀਕਿਊਲਸ। ਸੋ ਲਿਵਿੰਗ ਆਰਗੈਨਿਜ਼ਮਸ ਦੇ ਵਿੱਚ ਜਿਹੜੇ ਮੋਲੀਕਿਊਲਸ ਨੇ ਉਹ ਸਾਰੇ ਕੀ ਹੋ ਗਏ? ਬਾਇਓਮੋਲੀਕਿਊਲਸ। ਹੁਣ ਜੇ ਸੋਚਿਆ ਜਾਵੇ ਕਿ ਲਿਵਿੰਗ ਆਰਗੈਨਿਜ਼ਮਸ ਦੇ ਵਿੱਚ ਜਿਹੜੇ ਮੋਲੀਕਿਊਲਸ ਨੇ ਉਹ ਹੈਗੇ ਕਿਹੜੇ-ਕਿਹੜੇ ਨੇ, ਤੇ ਕੀ ਉਹ ਮੋਲੀਕਿਊਲਸ ਜਿਹੜੇ ਸਾਡੇ ਕੋਲੇ ਵੈਸੇ ਮੋਲੀਕਿਊਲਸ ਐਗਜ਼ਿਸਟ ਕਰ ਰਹੇ ਹੈ, ਨਾਨ ਲਿਵਿੰਗ ਵਰਲਡ ਦੇ ਵਿੱਚ ਐਗਜ਼ਿਸਟ ਕਰ ਰਹੇ ਹੈ, ਉਹਨਾਂ ਨਾਲੋਂ ਡਿਫਰੈਂਟ ਨੇ? ਤਾਂ ਬੇਟਾ ਜਦੋਂ ਅਸੀਂ ਵੇਖਦੇ ਹਾਂ, ਜੇ ਅਸੀਂ ਇੱਕ ਲਿਵਿੰਗ ਆਰਗੈਨਿਜ਼ਮ ਦੀ ਕੈਮੀਕਲ ਕੰਪੋਜੀਸ਼ਨ ਦੇਖੀਏ ਵੀ ਉਹ ਕਾਹਦਾ ਬਣਿਆ ਹੋਇਆ ਹੈ, ਐਜ਼ ਵੀ ਨੋ ਕਿ ਵੈਸੇ ਤਾਂ ਸਾਡੀ ਬਾਡੀ ਸੈੱਲਾਂ ਦੀ ਬਣੀ ਹੋਈ ਹੈ, ਬਟ ਸੈੱਲ ਜਿਹੜੇ ਅਲਟੀਮੇਟਲੀ ਉਹਨਾਂ ਦੀ ਕੈਮੀਕਲ ਕੰਪੋਜੀਸ਼ਨ ਤਾਂ ਹੋਊਗੀ ਨਾ ਕੋਈ, ਉਹ ਕਿਸੇ ਨਾ ਕਿਸੇ ਕੈਮੀਕਲਸ ਦੇ ਬਣੇ ਹੋਣਗੇ, ਕੋਈ ਨਾ ਕੋਈ ਉਹਦੇ ਕਨਸਟੀਟਿਊਐਂਟ ਪਾਰਟ ਕਿਹੜੇ ਹੋਣਗੇ ਬੇਟਾ ਉਹ ਜਦੋਂ ਅਸੀਂ ਫਾਈਂਡ ਆਊਟ ਕੀਤਾ ਉਹ ਜਨਰਲੀ ਹੈ ਕਾਰਬਨ ਹੈ, ਹਾਈਡਰੋਜਨ ਹੈ, ਆਕਸੀਜਨ ਹੈ, ਨਾਈਟ੍ਰੋਜਨ ਹੈ, ਇਸ ਤਰ੍ਹਾਂ ਦੇ ਕੰਪੋਨੈਂਟਸ ਹੈਗੇ। ਤੇ ਇਹੀ ਕੰਪੋਨੈਂਟ ਬੇਟਾ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਇਹੀ ਕੰਪੋਨੈਂਟ ਨਾਨ ਲਿਵਿੰਗ ਵਰਲਡ ਦੇ ਵਿੱਚ ਅਬੰਡੈਂਸ ਦੇ ਵਿੱਚ ਹੈਗੇ ਨੇ। ਇਹਦਾ ਮਤਲਬ ਕੈਮੀਕਲੀ ਤਾਂ ਲਿਵਿੰਗ ਤੇ ਨਾਨ ਲਿਵਿੰਗ ਆਰਗੈਨਿਜ਼ਮ ਇੱਕੋ ਜਿਹੇ ਹੀ ਕਨਸਟੀਟਿਊਐਂਟਸ ਦੇ ਬਣੇ ਹੋਏ ਨੇ, ਉਹਨਾਂ ਤੋਂ ਹੀ ਜਿਹੜੇ ਹੈਗੇ ਨੇ ਬੇਟਾ ਕਾਰਬਨ, ਹਾਈਡਰੋਜਨ, ਆਕਸੀਜਨ ਜਿਹੜਾ ਹੈਗਾ ਨਾਨ ਲਿਵਿੰਗ ਵਰਲਡ ਦੇ ਵਿੱਚ ਹੈ ਤੇ ਇਹੀ ਲਿਵਿੰਗ ਵਰਲਡ ਦੇ ਵਿੱਚ ਹੈ। ਤਾਂ ਹੁਣ ਲਿਵਿੰਗ ਵਰਲਡ ਦੇ ਵਿੱਚ ਲਿਵਿੰਗ ਆਰਗੈਨਿਜ਼ਮਸ ਦੇ ਵਿੱਚ ਇਹ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਇਹਨਾਂ ਦੇ ਕੰਬੀਨੇਸ਼ਨ ਨਾਲ ਕਿਹੜੇ-ਕਿਹੜੇ ਮੋਲੀਕਿਊਲਸ ਬਣ ਜਾਂਦੇ ਹੈ, ਕਿਵੇਂ ਉਹ ਮੋਲੀਕਿਊਲਸ ਬਣ ਜਾਂਦੇ ਹੈ, ਤੇ ਉਹ ਮੋਲੀਕਿਊਲ ਸਾਡੀ ਬਾਡੀ 'ਚ ਕੀ ਫੰਕਸ਼ਨ ਪਰਫਾਰਮ ਕਰਦੇ ਹੈ, ਇਹ ਹੀ ਸਾਡਾ ਇਸ ਚੈਪਟਰ ਦਾ ਸਕੋਪ ਰਹਿਣ ਵਾਲਾ ਹੈ। ਜੇ ਬੇਟਾ ਲਿਵਿੰਗ ਆਰਗੈਨਿਜ਼ਮਸ ਦੀ ਬਾਡੀ ਦੇ ਵਿੱਚ ਮੇਨ ਜੇ ਅਸੀਂ ਮੋਲੀਕਿਊਲਸ ਵੇਖੀਏ ਨਾ ਵੀ ਕੀ ਕੁਝ ਹੈਗਾ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਬਾਡੀ ਦੇ ਵਿੱਚ ਕੀ ਨੇ? ਕਾਰਬੋਹਾਈਡਰੇਟਸ ਹੁੰਦੇ ਹੈ, ਪ੍ਰੋਟੀਨਸ ਹੁੰਦੇ ਹੈ, ਲਿਪਿਡਸ ਹੈਗੇ ਨੇ, ਨਿਊਕਲਿਕ ਐਸਿਡ ਹੈਗਾ ਹੈ, ਇਸ ਤੋਂ ਇਲਾਵਾ ਵਿਟਾਮਿਨਸ ਨੇ, ਮਿਨਰਲਸ ਹੈਗੇ ਨੇ। ਸੋ ਇਹ ਸਾਡੀ ਬਾਡੀ ਦੇ ਵਿੱਚ ਪ੍ਰੈਜ਼ੈਂਟ ਹੈਗੇ ਹੈ। ਤਾਂ ਬੇਟਾ ਜਿਹੜੇ ਇਹ ਮੇਨਲੀ ਕਾਰਬੋਹਾਈਡਰੇਟ, ਪ੍ਰੋਟੀਨ, ਲਿਪਿਡ, ਇਹ ਸਾਡੀ ਬਾਡੀ ਦੇ ਵਿੱਚ ਜਿਹੜੇ ਪ੍ਰੈਜ਼ੈਂਟ ਨੇ ਇਹ ਹੀ ਸਾਡੇ ਕੀ ਹੋ ਗਏ? ਬਾਇਓਮੋਲੀਕਿਊਲਸ ਹੋ ਗਏ। ਸੋ ਅਸੀਂ ਇਸ ਚੈਪਟਰ ਦੇ ਵਿੱਚ 1 ਬਾਈ 1 ਕਰਕੇ ਇਹਨਾਂ ਬਾਇਓਮੋਲੀਕਿਊਲਸ ਦੀ ਸਟੱਡੀ ਕਰਨੀ ਹੈ, ਜਿਹਦੇ ਵਿੱਚ ਬੇਟਾ ਅਸੀਂ ਸਭ ਤੋਂ ਪਹਿਲਾਂ ਆਪਣੀ ਗੱਲ ਕਾਰਬੋਹਾਈਡਰੇਟਸ ਤੋਂ ਸਟਾਰਟ ਕਰਾਂਗੇ। ਬਟ ਬੇਟਾ ਕਾਰਬੋਹਾਈਡਰੇਟਸ ਹੋ ਜਾਣ, ਚਾਹੀਦੀ ਪ੍ਰੋਟੀਨ ਹੋ ਜਾਣ, ਸਾਰਿਆਂ ਦੀ ਸਟੱਡੀ ਤਾਂ ਅਸੀਂ ਕਰਨੀ ਹੈ। ਬਟ ਸਟੱਡੀ ਦਾ ਸਾਡਾ ਜਿਹੜਾ ਹੈਗਾ ਇਸ ਚੈਪਟਰ ਦਾ ਜਿਹੜਾ ਸਾਡਾ ਕੀ ਫਾਰਮੈਟ ਰਹਿਣ ਵਾਲਾ ਹੈ, ਕਿਸ ਤਰੀਕੇ ਨਾਲ ਅਸੀਂ ਸਟੱਡੀ ਕਰੀਏ, ਇਹਨਾਂ ਨੂੰ ਸਟੱਡੀ ਕਰਨ ਦੇ ਅਲੱਗ-ਅਲੱਗ ਮੈਥਡਸ ਹੋ ਸਕਦੇ ਹੈ। ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਤੁਸੀਂ ਇੱਕ ਚੱਕ ਲਓ, ਜੇ ਮੈਂ ਪਹਿਲਾਂ ਕਾਰਬੋਹਾਈਡਰੇਟਸ ਚੱਕਣਾ, ਕਾਰਬੋਹਾਈਡਰੇਟਸ ਕਾਹਦੇ ਤੋਂ ਬਣੇ ਨੇ, ਫਿਰ ਉਹਦੇ ਬਾਰੇ ਪੜਾਵਾਂ, ਫਿਰ ਉਹਨਾਂ ਦੇ ਕੰਬੀਨੇਸ਼ਨ ਨਾਲ ਜਿਹੜੇ ਕਾਰਬੋਹਾਈਡਰੇਟਸ ਦੀਆਂ ਟਾਈਪਸ ਕਿਹੜੀਆਂ ਬਣ ਜਾਂਦੀਆਂ ਉਹਨਾਂ ਬਾਰੇ, ਐਂਡ ਦੈਨ ਕਾਰਬੋਹਾਈਡਰੇਟਸ ਦੇ ਫੰਕਸ਼ਨਸ ਬਾਰੇ। ਦੂਸਰਾ ਮੈਥਡ ਕੀ ਹੋ ਸਕਦਾ ਹੈ? ਦੂਸਰਾ ਬੇਟਾ ਇਹ ਹੈ ਕਿ ਜਿਵੇਂ ਆ ਸਾਰੇ ਨੇ ਕਾਰਬੋਹਾਈਡਰੇਟਸ ਨੇ, ਪ੍ਰੋਟੀਨਸ ਨੇ, ਇਹ ਸਾਰੇ ਤੁਹਾਨੂੰ ਦਿਖਾਈ ਦੇ ਰਹੇ ਹੈ। ਇਹ ਬੇਟਾ ਜਿੰਨੇ ਵੀ ਸਕਰੀਨ ਦੇ ਉੱਤੇ ਲਿਖੇ ਹੋਏ ਨੇ ਇਹ ਸਾਰੇ ਮੈਕਰੋ ਮੋਲੀਕਿਊਲਸ ਨੇ, ਵੱਡੇ ਮੋਲੀਕਿਊਲਸ ਨੇ, ਇਹਨਾਂ ਦਾ ਮੋਲੀਕੂਲਰ ਜਿਹੜਾ ਮਾਸ ਹੈਗਾ ਉਹ ਵੀ ਜ਼ਿਆਦਾ ਹੈ। ਅਸਲ ਦੇ ਵਿੱਚ ਇਹ ਛੋਟੀਆਂ ਰਿਪੀਟਿੰਗ ਯੂਨਿਟਸ ਤੇ ਬਣੇ ਹੋਏ ਨੇ। ਇਹ ਸਾਰੇ ਜਿਹੜੇ ਹੈਗੇ ਨੇ ਸਾਰੇ ਪੋਲੀਮਰਸ ਨੇ, ਤੇ ਪੋਲੀਮਰਸ ਕਾਹਦੇ ਬਣੇ ਹੋਏ ਨੇ? ਮੋਨੋਮਰਸ ਦੇ ਬਣੇ ਹੋਏ ਨੇ। ਜਿਵੇਂ ਮੈਂ ਗੱਲ ਕਰਾਂ ਕਾਰਬੋਹਾਈਡਰੇਟਸ ਦੀ, ਕਾਰਬੋਹਾਈਡਰੇਟਸ ਇਹ ਕੰਪਲੈਕਸ ਹੁੰਦੇ ਹੈ, ਬਟ ਇਹਨਾਂ ਦੀਆਂ ਮੋਨੋਮਰ ਯੂਨਿਟਸ ਹੁੰਦੀਆਂ ਨੇ। ਉਹ ਮੋਨੋਮਰ ਯੂਨਿਟਸ ਇੱਕ ਦੂਜੇ ਨਾਲ ਕੰਬਾਈਨ ਕਰਦੀਆਂ ਤੇ ਫਿਰ ਸਾਡੇ ਕੋਲੇ ਕੰਪਲੈਕਸ ਕਾਰਬੋਹਾਈਡਰੇਟ ਬਣਾ ਦਿੰਦੇ ਨੇ, ਜਿਵੇਂ ਸਟਾਰਚ ਵਗੈਰਾ ਹੋ ਗਿਆ। ਤੇ ਇਸੇ ਤਰੀਕੇ ਨਾਲ ਜੇ ਅਸੀਂ ਪ੍ਰੋਟੀਨਸ ਦੀ ਗੱਲ ਕਰੀਏ, ਪ੍ਰੋਟੀਨਸ ਜਿਹੜੇ ਹੈਗੇ ਨੇ ਬੇਟਾ ਇਹ ਵੀ ਪੋਲੀਮਰਸ ਨੇ, ਤੇ ਇਹ ਕਿੰਨਾਂ ਦੇ ਬਣੇ ਹੋਏ ਨੇ? ਇਹ ਅਮਾਈਨੋ ਐਸਿਡਸ ਦੇ ਬਣੇ ਹੋਏ ਨੇ। ਅਮਾਈਨੋ ਐਸਿਡਸ ਇੱਕ ਦੂਜੇ ਨਾਲ ਕੰਬਾਈਨ ਕਰਕੇ ਜਿਹੜੇ ਮੋਨੋਮਰਸ ਕੰਬਾਈਨ ਕਰਕੇ ਕੀ ਬਣਾ ਰਹੇ ਨੇ? ਪੋਲੀਮਰਸ। ਬਿਲਕੁਲ ਉਸੇ ਤਰੀਕੇ ਨਾਲ ਹੀ ਨਿਊਕਲਿਕ ਐਸਿਡ ਹੈ। ਨਿਊਕਲਿਕ ਐਸਿਡ ਵੀ ਕੀ ਹੈ ਬੇਟਾ? ਇਹ ਵੀ ਪੋਲੀਮਰ ਹੈ। ਕਾਹਦਾ ਇਹ?
ਇਹ ਨਿਊਕਲੀਓਟਾइड्स है, मतलब कि ये भी पॉलीन्यूक्लियोटाइड है, मतलब कि जिन्ने भी ये बायोमोलीक्यूल साडे कोले हैगे ने, ये बायोमोलीक्यूल्स बेटा जिहड़े हैगे ने ये मोनोमर्स एक दूजे नाल कंबाइन करके बनते हैं। जिहड़े मोनोमर्स वो बनते हैं क्योंकि छोटे साइज के ने, उन्होंने असीं कहने हैं माइक्रोमोलीक्यूल्स। सो मैं तुहानूं इस चैप्टर में किस तरीके नाल पढ़ाऊंगा, सब तो पहला बेटा मैं तुहानूं माइक्रोमोलीक्यूल्स करवाऊंगा। वो माइक्रोमोलीक्यूल चाहे दी वो कार्बोहाइड्रेट के हैगे ने कॉन्स्टिट्यूएंट्स, चाहे दी प्रोटीन दे ने, चाहे दी वो न्यूक्लिक एसिड दे ने। उस तो बाद इस चैप्टर के सैकेंड पोर्शन दे विच असीं देखांगे कि यह माइक्रोमोलीक्यूल्स एक दूजे नाल किवें कंबाइन कर रहे हैं ते इन्हां दे कंबीनेशन नाल जो मैक्रोमोलीक्यूल्स ने जिहड़े ये बायोमोलीक्यूल्स ने बन रहे हैं। एंड दैन इन द एंड असीं इन्हां सारे बायोमोलीक्यूल्स दे फंक्शन स्टडी करांगे। सो इहदा मतलब बेटा साडा जो स्टडी का पैटर्न रहेगा वो रहेगा माइक्रोमोलीक्यूल्स, then macromolecules and then इन्हां दे functions. So today we will start with the macromolecules. सो बेटा असी अपनी गल स्टार्ट करते हैं बायोमोलीक्यूल्स तो। बायोमोलीक्यूल्स की ने बेटा, दीज आर द कैमिकल कंपाउंड्स विच आर फाउंड इन लिविंग ऑर्गेनिजम्स। हुणे हुणे बेटा असी गल करके हटे हैं लिविंग ऑर्गेनिजम्स दे विच जिन्ने भी बेटा मॉलीक्यूल्स प्रेजेंट ने वो सारे की ने बायोमोलीक्यूल्स ने। इन्हां दे विच बेटा दो तरह के हो सकते हैं, ऑर्गेनिक कंपाउंड्स एंड इनऑर्गेनिक कंपाउंड्स। हुण ऑर्गेनिक कंपाउंड की है, इनऑर्गेनिक कंपाउंड की है, तुसीं कैमिस्ट्री दे विच भी पढ़ते हो बेटा कि ऑर्गेनिक कैमिस्ट्री है, इनऑर्गेनिक कैमिस्ट्री है। ये वर्ड बेटा की इन्हां दा ओरिजिन है, कित्थों ये वर्ड बेटा लए गए है। तुसीं वेखो कि जिहड़ी चीज़ जिउंदी जागदी वस्तु है असीं उस नूं की कह दिंदे हैं कि दिस इज़ लिविंग ऑर्गेनिज्म। वो एक ऑर्गेनिज्म हो गया। तो ऑर्गेनिज्म की बॉडी के विच पाए जाने वाले सारे कंपाउंड की हो गए बेटा, ऑर्गेनिक कंपाउंड हो गए। हुण जदों असीं वेखदे हैं कि ऑर्गेनिजम्स की बॉडी के विच जिहड़े कंपाउंड ने ऑर्गेनिक कंपाउंड ने, जदों उन्हां दी कैमिकल कंपोजिशन देखते हैं, कैमिकल कंपोजिशन तो सानूं पता लगदा कि मेनली दीज आर मेड अप ऑफ कार्बन। इस करके बेटा असीं की कह दिंदे हैं कि जिहड़े कार्बन कंटेनिंग कंपाउंड ने वो सारे की ने बेटा ऑर्गेनिक कंपाउंड्स ने, ते जिहड़े कार्बन तो बिना वाले कंपाउंड ने की आ गए बेटा वो इनऑर्गेनिक कंपाउंड्स आ गए। तुसीं कैमिस्ट्री दे विच पढ़दे हो ना, ऑर्गेनिक कैमिस्ट्री पढ़दे हो तुसीं, उहदे विच की स्टडी करदे हो, ਉਹਦੇ ਵਿੱਚ ਤੁਸੀਂ ਜਿਹੜੇ ਹੈਗੇ ਨੇ ਬੇਟਾ ਹਾਈਡਰੋਕਾਰਬਨਸ, ਕਾਰਬਨ ਦੇ ਹਾਈਡਰੋਜਨ ਦੇ ਕੰਪਾਊਂਡਸ ਨੇ, ਅਲਕੋਹਲ, ਫਿਨੋਲ, ਐਲਡੀਹਾਈਡ, ਕੀਟੋਨ, ਈਥਰਸ, ਇਹ ਸਭ ਫੰਕਸ਼ਨਲ ਗਰੁੱਪ ਸਟੱਡੀ ਕਰਦੇ ਹੋ। ਇਹ ਸਾਰੇ ਫੰਕਸ਼ਨਲ ਗਰੁੱਪ ਜਿਹੜੇ ਲੱਗੇ ਹੋਏ ਨੇ, ਬਟ ਬੇਟਾ ਇਹਦਾ ਮੇਨ ਸਟਰਕਚਰ ਕੀ ਹੈ, ਉਹ ਕੀ ਹੈ, ਕਾਰਬਨ ਦੀ ਚੇਨ ਹੁੰਦੀ ਹੈ। ਸੋ ਸਾਰੇ ਕਾਰਬਨ ਕੰਟੇਨਿੰਗ ਕੰਪਾਊਂਡ ਕੀ ਨੇ, ਆਰਗੈਨਿਕ ਕੰਪਾਊਂਡਸ ਹੈਗੇ ਹੈ। ਤਾਂ ਬੇਟਾ ਇਹ ਦੋਨੋਂ ਤਰ੍ਹਾਂ ਦੇ ਕੰਪਾਊਂਡਸ ਹੋ ਸਕਦੇ ਨੇ, ਆਰਗੈਨਿਕ ਵੀ ਤੇ ਇਨਆਰਗੈਨਿਕ ਵੀ। ਬਾਕੀ ਜਿਹੜੇ ਕੈਲਸ਼ੀਅਮ ਹੋ ਗਏ, ਮੈਗਨੀਸ਼ੀਅਮ ਹੋ ਗਿਆ, ਆਇਰਨ ਹੋ ਗਿਆ, ਜਿਵੇਂ ਕੈਲਸ਼ੀਅਮ ਸਾਡੀਆਂ ਬੋਨਸ ਦੇ ਵਿੱਚ ਹੈ, ਆਇਰਨ ਹੀਮੋਗਲੋਬਿਨ 'ਚ ਹੈ, ਮੈਗਨੀਸ਼ੀਅਮ ਕਲੋਰੋਫਿਲ 'ਚ ਹੈ। ਤਾਂ ਇਹ ਸਾਰੇ ਜਿਹੜੇ ਕੀ ਹੋ ਗਏ ਬੇਟਾ, ਇਹ ਹੋ ਗਏ ਸਾਡੇ ਕੋਲੇ ਇਨਆਰਗੈਨਿਕ। ਤਾਂ ਦੋਨੋਂ ਹੋ ਸਕਦੇ ਨੇ, ਆਰਗੈਨਿਕ ਐਜ਼ ਵੈਲ ਐਜ਼ ਇਨਆਰਗੈਨਿਕ। ਹੁਣ ਬੇਟਾ ਜਦੋਂ ਅਸੀਂ ਐਨਾਲਾਈਜ਼ ਕਰਦੇ ਹਾਂ ਤਾਂ ਅਸੀਂ ਬੇਟਾ ਐਨਾਲਾਈਜ਼ ਕਰਨ ਦੇ ਲਈ ਕਿ ਆਰਗੈਨਿਕ ਕੰਪਾਊਂਡਸ ਦਾ ਅਸੀਂ ਕੈਮੀਕਲ ਕੰਪੋਜੀਸ਼ਨ ਜਿਹੜੀ ਹੈਗੀ ਟਿਸ਼ੂ ਦੀ ਕੈਮੀਕਲ ਕੰਪੋਜੀਸ਼ਨ ਦੇਖਣਾ ਚਾਹੁੰਦੇ ਹਾਂ, ਉਹਦੇ ਵਾਸਤੇ ਅਸੀਂ ਲਿਵਿੰਗ ਟਿਸ਼ੂ ਲੈ ਲਿਆ। ਹੁਣ ਲਿਵਿੰਗ ਟਿਸ਼ੂ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਐਨੀਮਲ ਦਾ ਪਾਰਟ ਲੈ ਲਿਆ ਅਸੀਂ, ਜਿਹੜਾ ਹੈਗਾ ਪਲਾਂਟ ਵੀ ਤਾਂ ਲਿਵਿੰਗ ਨੇ, ਅਸੀਂ ਪਲਾਂਟਸ ਦੇ ਲੀਵਸ ਲੈ ਲਏ ਬੇਟਾ, ਜਾਂ ਕੋਈ ਵੈਜੀਟੇਬਲ ਲੈ ਲਈ, ਵੈਜੀਟੇਬਲ ਦੇ ਪੀਸ ਵਗੈਰਾ ਲੈ ਲਏ, ਜਾਂ ਇੱਥੇ ਜਿਹੜੇ ਮੈਂ ਪੀਸ ਆਫ ਲਿਵਰ ਦਿੱਤਾ ਹੋਇਆ। ਬਟ ਕਿਉਂਕਿ ਅਸੀਂ ਐਕਟੀਵਿਟੀ ਜਿਹੜੀ ਹੈਗੀ ਉਹ ਪਰਫੋਰਮ ਕਰਨੀ ਹੁੰਦੀ ਹੈ ਲੈਬ ਦੇ ਵਿੱਚ, ਇਸ ਕਰਕੇ ਅਸੀਂ ਕੀ ਕਰ ਸਕਦੇ ਹਾਂ ਬੇਟਾ, ਕੋਈ ਵੈਜੀਟੇਬਲਸ ਦਾ ਪਾਰਟ ਲੈ ਸਕਦੇ ਹਾਂ, ਕੋਈ ਲੀਵਸ ਵਗੈਰਾ ਲੈ ਸਕਦੇ ਹਾਂ। ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਗ੍ਰਾਈਂਡ ਕਰ ਲੈਣਾ ਪੈਸਟਲ ਮੋਰਟਰ ਦੇ ਵਿੱਚ। ਜਦੋਂ ਬੇਟਾ ਅਸੀਂ ਇਹਨਾਂ ਨੂੰ ਗ੍ਰਾਈਂਡ ਕਰ ਲੈਣਾ ਹੈ, ਗ੍ਰਾਈਂਡ ਕਰਕੇ ਜਿਹੜਾ ਹੈਗਾ ਟਰਾਈਕਲੋਰੋ ਐਸਟਿਕ ਐਸਿਡ ਦੇ ਵਿੱਚ ਅਸੀਂ ਇਸ ਨੂੰ ਪਾ ਲੈਣਾ ਹੈ। ਟਰਾਈਕਲੋਰੋ ਐਸਟਿਕ ਐਸਿਡ ਦੇ ਵਿੱਚ ਪਾ ਕੇ ਬੇਟਾ ਇਸ ਦੀ ਇੱਕ ਥਿੱਕ ਸਲਰੀ ਬਣਾ ਲੈਣੀ ਹੈ। ਇਹ ਜਿਹੜਾ ਟਰਾਈਕਲੋਰੋ ਐਸਟਿਕ ਐਸਿਡ ਤੁਸੀਂ ਦੇਖੋ CH3COOH, ਇਹ ਕੀ ਹੈ, ਐਸਟਿਕ ਐਸਿਡ ਹੁੰਦਾ। ਇਸ ਐਸਟਿਕ ਐਸਿਡ ਦੇ ਵਿੱਚ ਬੇਟਾ ਜਿਹੜਾ ਆਪਣੇ ਕੋਲੇ 3 ਹਾਈਡਰੋਜਨਸ ਨੇ, ਇਹਨਾਂ 3 ਹਾਈਡਰੋਜਨਸ ਦੀ ਜਗ੍ਹਾ 'ਤੇ 3 ਕਲੋਰੀਨ ਲਗਾ ਦਿਓ ਤਾਂ ਟਰਾਈਕਲੋਰੋ ਐਸਟਿਕ ਐਸਿਡ ਬਣ ਗਿਆ। ਇਸ ਤਰੀਕੇ ਨਾਲ ਯਾਦ ਰੱਖਣੇ ਹੁੰਦੇ ਆ ਇਹ। ਤਾਂ ਇਹ ਟਰਾਈਕਲੋਰੋ ਐਸਟਿਕ ਐਸਿਡ ਬਣ ਜੂਗਾ, ਜਿਹਦੇ ਵਿੱਚ ਕੀ ਬਣ ਜੂਗਾ, Cl3 ਕਾਰਬਨ C ਡਬਲ ਬੌਂਡ OH। ਸੋ ਇਹ ਕੀ ਬਣ ਗਿਆ, ਟਰਾਈਕਲੋਰੋ ਐਸਟਿਕ ਐਸਿਡ। ਇਹਦੇ ਵਿੱਚ ਅਸੀਂ ਮਿਕਸ ਕਰਤਾ। ਹੁਣ ਬੇਟਾ ਜਦੋਂ ਅਸੀਂ ਟਰਾਈਕਲੋਰੋ ਐਸਟਿਕ ਐਸਿਡ 'ਚ ਮਿਕਸ ਕਰਤਾ, ਇੱਕ ਸਲਰੀ ਬਣ ਗਈ। ਸਲਰੀ ਬਣਨ ਤੋਂ ਬਾਅਦ ਦੇ ਵਿੱਚ ਬੇਟਾ ਅਸੀਂ ਇਸ ਨੂੰ ਇੱਕ ਕੱਪੜੇ ਦੇ ਵਿੱਚੋਂ ਦੀ ਜਦੋਂ ਪਾਸ ਕਰਾਂਗੇ, ਇੱਕ ਚੀਜ਼ ਜਿਹੜੀ ਕੱਪੜੇ ਤੋਂ ਨੀਚੇ ਚਲੀ ਜਾਊਗੀ ਬੇਟਾ, ਉਹ ਕੀ ਹੋ ਗਿਆ ਆਪਣੇ ਕੋਲੇ, ਉਹ ਤਾਂ ਹੋ ਗਿਆ ਫਿਲਟਰੇਟ। ਅਤੇ ਜਿਹੜਾ ਇਹਦੇ ਵਿੱਚ ਹੀ ਰਹਿ ਗਿਆ ਬੇਟਾ, ਰਿਟੇਨ ਰਹਿ ਗਿਆ, ਉਹ ਕੀ ਹੋ ਗਿਆ, ਰਿਟੈਂਟੇਟ।
ਤਾਂ ਹੁਣ ਅਸੀਂ ਵੇਖਾਂਗੇ ਕਿ ਜਿਹੜਾ ਫਿਲਟਰੇਟ ਹੈ, ਕਿਉਂਕਿ ਉਹ ਤਾਂ ਐਸਿਡ ਨੀਚੇ ਚਲਿਆ ਗਿਆ, ਇਹਦਾ ਮਤਲਬ ਫਿਲਟਰੇਟ 'ਚ ਤਾਂ ਉਹ ਸਾਰੇ ਕੰਪਾਊਂਡਸ ਜਾਣਗੇ ਵਿਚ ਆਰ ਸੋਲੂਬਲ ਇਨ ਐਸਿਡ, ਕਿਉਂਕਿ ਅਸੀਂ ਐਸਿਡ ਪਾਇਆ ਸੀ, ਟ੍ਰਾਈਕਲੋਰੈਸਟਿਕ ਐਸਿਡ ਪਾਇਆ ਸੀ। ਤੇ ਜਿਹੜੇ ਨੀਚੇ ਨਹੀਂ ਗਏ ਇਹਦਾ ਮਤਲਬ ਉਹ ਐਸਿਡ ਦੇ ਵਿੱਚ ਸੋਲੂਬਲ ਨਹੀਂ ਸੀ, ਤੇ ਉਹ ਕੀ ਹੋ ਗਏ, ਰਿਟੈਂਟੇਟ ਹੋ ਗਏ। ਸੋ ਇਹਦਾ ਮਤਲਬ ਜਿਹੜਾ ਆਪਣੇ ਕੋਲੇ ਫਿਲਟਰੇਟ ਹੈ ਇਹਦੇ ਕੋਲੇ ਬਾਇਓਮੋਲੀਕਿਊਲਸ ਨੇ ਜਿਨ੍ਹਾਂ ਦਾ ਮੋਲੀਕੂਲਰ ਮਾਸ ਜਿਹੜਾ ਹੈਗਾ 1000 ਡਾਲਟਨ। ਅਸੀਂ ਅਬਜ਼ਰਵ ਕੀਤਾ ਕਿ ਜਿਹੜੇ ਇਹ ਫਿਲਟਰੇਟ 'ਚ ਚਲੇ ਗਏ ਇਹ ਸਾਰੇ ਜਿਹੜੇ ਇਹਨਾਂ ਦਾ ਮੋਲੀਕੂਲਰ ਮਾਸ 1000 ਡਾਲਟਨ ਤੋਂ ਘੱਟ ਸੀ, ਤੇ ਜਿਹੜੇ ਉੱਪਰ ਰਹਿ ਗਏ ਉਹਨਾਂ ਦਾ ਮੋਲੀਕੂਲਰ ਮਾਸ 1000 ਤੋਂ ਜ਼ਿਆਦਾ ਸੀ। ਤਾਂ ਅਸੀਂ ਇਸ ਬੇਸ 'ਤੇ ਬੇਟਾ ਇਹਨਾਂ ਨੂੰ ਦੋ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰ ਲਿਆ। ਇੱਕ ਤਾਂ ਆਪਣੇ ਕੋਲੇ ਆ ਗਏ ਮੈਕਰੋ ਮੋਲੀਕਿਊਲਸ ਤੇ ਦੂਸਰੇ ਬੇਟਾ ਆਪਣੇ ਕੋਲੇ ਆ ਗਏ ਮਾਈਕਰੋ ਮੋਲੀਕਿਊਲਸ। ਮਾਈਕਰੋ ਮੋਲੀਕਿਊਲਸ ਕਿੰਨਾ ਦਾ ਮੋਲੀਕੂਲਰ ਮਾਸ ਘੱਟ ਸੀ, ਮੈਕਰੋ ਮੋਲੀਕਿਊਲਸ ਜਿਨ੍ਹਾਂ ਦਾ ਮੋਲੀਕੂਲਰ ਮਾਸ ਜ਼ਿਆਦਾ ਸੀ। ਜਿਵੇਂ ਕਿ ਮੈਂ ਤੁਹਾਨੂੰ ਸਟਾਰਟਿੰਗ 'ਚ ਹੀ ਇੰਟਰੋ ਪੋਰਸ਼ਨ ਦੇ ਵਿੱਚ ਦੱਸਿਆ ਹੈ ਕਿ ਅਸੀਂ ਦੋ ਕੈਟਾਗਰੀਜ਼ ਦੇ ਵਿੱਚ ਸਟੱਡੀ ਕਰਾਂਗੇ। ਪਹਿਲਾਂ ਕਰਾਂਗੇ ਮਾਈਕਰੋ ਮੋਲੀਕਿਊਲਸ ਤੇ ਫਿਰ ਅਸੀਂ ਕਰਾਂਗੇ ਬੇਟਾ ਮੈਕਰੋ ਮੋਲੀਕਿਊਲਸ। ਹੁਣ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਇਕੱਲੇ ਆਰਗੈਨਿਕ ਕੰਪਾਊਂਡ ਨਹੀਂ, ਇਨਆਰਗੈਨਿਕ ਕੰਪਾਊਂਡਸ ਵੀ ਹੋ ਸਕਦੇ ਨੇ, ਉਹਨਾਂ ਦਾ ਅਸੀਂ ਐਨਾਲਿਸਿਸ ਕਰਨਾ ਹੈ। ਐਨਾਲਿਸਿਸ ਕਰਨ ਦੇ ਲਈ ਅਸੀਂ ਬੇਟਾ ਕੀ ਕਰ ਸਕਦੇ ਹਾਂ, ਜਿਵੇਂ ਮੰਨ ਲਓ ਤੁਸੀਂ ਕੋਈ ਲਿਵਿੰਗ ਟਿਸ਼ੂ ਲੈ ਲਿਆ, ਪਹਿਲਾਂ ਤਾਂ ਉਹਦਾ ਵੇਟ ਕੀਤਾ, ਫਿਰ ਉਸ ਤੋਂ ਬਾਅਦ ਜਾਂ ਪੱਤੇ ਲੈ ਲਏ, ਪੱਤਿਆਂ ਦਾ ਵੇਟ ਕਰ ਲਿਆ, ਫਿਰ ਉਹਨੂੰ ਪੱਤਿਆਂ ਨੂੰ ਪੂਰੀ ਤਰ੍ਹਾਂ ਸੁਕਾ ਲਿਆ ਤਾਂ ਉਹ ਕੀ ਹੋ ਗਿਆ ਬੇਟਾ, ਉਹਦਾ ਡਰਾਈ ਵੇਟ ਆ ਜਾਊਗਾ, ਉਹਦੇ 'ਚ ਵਾਟਰ ਵਗੈਰਾ ਨਹੀਂ ਹੋਊਗਾ। ਤੇ ਜੇ ਇਸੇ ਤਰੀਕੇ ਨਾਲ ਹੀ ਅਸੀਂ ਕਿਸੇ ਲਿਵਿੰਗ ਟਿਸ਼ੂ ਨੂੰ ਬਰਨ ਕਰ ਦਿੰਦੇ ਹਾਂ ਨਾ, ਤਾਂ ਉਹ ਜਿੰਨੇ ਵੀ ਕਾਰਬਨ ਕੰਪਾਊਂਡ ਨੇ, ਕਹਿੰਦਾ ਮਤਲਬ ਆਰਗੈਨਿਕ ਕੰਪਾਊਂਡ ਨੇ, ਉਹ ਸਾਰੇ ਦੇ ਸਾਰੇ ਜਿਹੜੇ ਹੈਗੇ ਨੇ ਆਕਸੀਡਾਈਜ਼ ਹੋ ਜਾਣਗੇ ਤੇ ਬਚ ਜਾਣਗੇ ਕੀ ਬੇਟਾ ਉਹਦੇ ਵਿੱਚ, ਇਨਆਰਗੈਨਿਕ। ਇਹਦੇ ਪਿੱਛੇ ਬਚ ਗਈ ਉਹ ਕੀ ਹੈ ਬੇਟਾ, ਐਸ਼ ਹੈ, ਤੇ ਐਸ਼ ਦੇ ਵਿੱਚ ਇਹਦਾ ਮਤਲਬ ਕਿਹੜੇ ਕੰਪਾਊਂਡ ਨੇ, ਇਨਆਰਗੈਨਿਕ ਕੰਪਾਊਂਡ ਨੇ। ਤੇ ਜਦੋਂ ਅਸੀਂ ਐਸ਼ ਦਾ ਕੈਮੀਕਲ ਐਨਾਲਿਸਿਸ ਕੀਤਾ ਤਾਂ ਸਾਨੂੰ ਪਤਾ ਲੱਗਿਆ ਕਿ ਇਹ 'ਚ ਕੈਲਸ਼ੀਅਮ, ਮੈਗਨੀਸ਼ੀਅਮ, ਸੋਡੀਅਮ, ਪੋਟਾਸ਼ੀਅਮ ਇਹ ਸਾਰੇ ਪ੍ਰੈਜ਼ੈਂਟ ਨੇ, ਸਲਫੇਟ, ਫਾਸਫੇਟ, ਸੋਡੀਅਮ ਕਲੋਰਾਈਡ, ਕੈਲਸ਼ੀਅਮ ਕਾਰਬੋਨੇਟ। ਇਹਦਾ ਮਤਲਬ ਬੇਟਾ ਇਹ ਸਾਰੇ ਲਿਵਿੰਗ ਆਰਗੈਨਿਜ਼ਮਸ ਦੇ ਵਿੱਚ ਪ੍ਰੈਜ਼ੈਂਟ ਇਨਆਰਗੈਨਿਕ ਕੰਪਾਊਂਡਸ ਹੁੰਦੇ ਹੈ, ਕਿਉਂਕਿ ਇਹ ਵੀ ਬੇਟਾ ਐਸ਼ ਦੇ ਵਿੱਚੋਂ ਅਸੀਂ ਫਾਈਂਡ ਆਊਟ ਕੀਤੇ ਹੈਗੇ। ਦੈਨ ਬੇਟਾ ਜੇ ਅਸੀਂ ਗੱਲ ਕਰੀਏ, ਜੇ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਕਿ ਇੱਕ ਪਾਸੇ ਤਾਂ ਤੁਸੀਂ ਹਿਊਮਨ ਬਾਡੀ ਲੈ ਲਓ, ਉਹਦੀ ਤੁਸੀਂ ਕੈਮੀਕਲ ਕੰਪੋਜੀਸ਼ਨ ਸਟੱਡੀ ਕਰੋ, ਇੱਕ ਪਾਸੇ ਅਰਥ ਦਾ ਕੈਮੀਕਲ ਕੰਪੋਜੀਸ਼ਨ ਸਟੱਡੀ ਕਰੋ, ਤੁਹਾਨੂੰ ਪਤਾ ਲੱਗੂਗਾ ਕਿ ਦੋਨੋਂ ਚੀਜ਼ਾਂ ਹੀ ਹਾਈਡਰੋਜਨ, ਕਾਰਬਨ, ਆਕਸੀਜਨ, ਨਾਈਟ੍ਰੋਜਨ, ਸਲਫਰ, ਸੋਡੀਅਮ ਵੀ ਇਹਨਾਂ ਚੀਜ਼ਾਂ ਦੀਆਂ ਬਣੀਆਂ ਹੋਈਆਂ ਨੇ। ਕਾਮਨ ਕੰਪੋਨੈਂਟ ਇਹੀ ਹੈ। ਜੇ ਮੈਂ ਦੱਸਿਆ ਕਿ ਹਾਈਡਰੋਜਨ, ਕਾਰਬਨ, ਆਕਸੀਜਨ, ਨਾਈਟ੍ਰੋਜਨ ਇਹ ਸਾਰੇ ਕਾਮਨਲੀ ਫਾਊਂਡ ਹੈਗੇ ਹੈ, ਦੋਨਾਂ 'ਚ ਹੀ ਨੇ ਇਹ ਅਰਥ ਕਰਸਟ ਨੋਨ ਲਿਵਿੰਗ ਹੈ ਉਹ 'ਚ ਵੀ ਨੇ, ਤੇ ਹਿਊਮਨ ਬਾਡੀ ਲਿਵਿੰਗ ਹੈ ਉਹਦੇ ਵਿੱਚ ਵੀ ਹੈਗੇ ਨੇ। ਬਟ ਬੇਟਾ ਫਿਰ ਫਰਕ ਕੀ ਹੈ, ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਇਹ ਲਿਵਿੰਗ ਤੇ ਨੋਨ ਲਿਵਿੰਗ ਦੇ ਵਿੱਚ ਇਹ ਅਲੱਗ-ਅਲੱਗ ਹੁੰਦੇ ਨੇ? ਡਿਫਰੈਂਸ ਇਹ ਆ ਗਿਆ ਕਿ ਇਹਨਾਂ ਦੀ ਕੰਪੋਜੀਸ਼ਨ ਅਲੱਗ-ਅਲੱਗ ਹੈਗੀ ਹੈ। ਜਿਵੇਂ ਹਾਈਡਰੋਜਨ ਦੀ ਕੰਪੋਜੀਸ਼ਨ ਦਾ ਫਰਕ ਹੈ, ਬਟ ਬਹੁਤ ਜ਼ਿਆਦਾ ਵੱਡਾ ਫਰਕ ਆ ਰਿਹਾ ਹੈ ਕਾਰਬਨ ਦਾ। ਕਾਰਬਨ ਅਰਥ ਦੀ ਕਰਸਟ 'ਤੇ 0.03% ਹੀ ਹੈ, ਬਟ ਸਾਡੀ ਬੋਡੀ 'ਚ 18.5% ਹੈ, ਕਿਉਂਕਿ ਸਾਰੇ ਕਾਰਬਨ ਕੰਟੇਨਿੰਗ ਕੰਪਾਊਂਡ ਸਾਡੇ ਕੋਲ ਹੈਗੇ ਨੇ। ਆਕਸੀਜਨ ਵੀ ਜ਼ਿਆਦਾ ਹੈ, ਨਾਈਟ੍ਰੋਜਨ ਵੀ ਜ਼ਿਆਦਾ ਹੈ, ਬਟ ਸਿਲੀਕਨ ਬਿਲਕੁਲ ਵੀ ਨਹੀਂ ਹੈ। ਸਿਲੀਕਨ ਜਿਹੜਾ ਮਿੱਟੀ ਦੇ ਵਿੱਚ ਹੁੰਦਾ ਹੈ ਉਹ ਕਿਹਦੇ ਵਿੱਚ ਹੋਊਗਾ ਬੇਟਾ, ਉਹ ਜ਼ਿਆਦਾ ਉਹ ਅਰਥ ਦੀ ਕਰਸਟ ਦੇ ਵਿੱਚ ਜ਼ਿਆਦਾ ਹੋਊਗਾ। ਇਸ ਤਰੀਕੇ ਨਾਲ ਲਿਵਿੰਗ ਤੇ ਨਾਨ ਲਿਵਿੰਗ ਥਿੰਗਸ ਦੇ ਵਿੱਚ ਇਹ ਫਰਕ ਹੋ ਸਕਦਾ ਹੈ। ਸੋ ਹੁਣ ਅਸੀਂ ਬੇਟਾ ਆਪਣਾ ਚੈਪਟਰ ਪ੍ਰੋਪਰ ਵੇ ਦੇ ਵਿੱਚ ਸਟਾਰਟ ਕਰਨ ਲੱਗੇ ਹਾਂ, ਜਿਹਦੇ ਵਿੱਚ ਬੇਟਾ ਮੈਂ ਆਪਣੀ ਸਟੱਡੀ ਅੱਜ ਸਟਾਰਟ ਕਰਾਉਣੀ ਹੈ ਮਾਈਕਰੋ ਮੋਲੀਕਿਊਲਸ ਤੋਂ। ਮਾਈਕਰੋ ਮੀਨਸ ਛੋਟੇ, ਮੈਕਰੋ ਮੀਨਸ ਵੱਡੇ, तो ਆਪਾਂ ਕੀ ਕਰਾਂਗੇ ਮਾਈਕਰੋ ਮੋਲੀਕਿਊਲ ਸਭ ਤੋਂ ਪਹਿਲਾਂ। ਸੋ ਬਾਇਓ ਮੋਲੀਕਿਊਲਸ ਬੇਟਾ ਜਿਹੜੇ ਹੈਗੇ ਨੇ ਉਹ ਸਭ ਤੋਂ ਪਹਿਲਾਂ ਆਪਣੇ ਕੋਲ ਕਿਹੜੇ ਹੋ ਸਕਦੇ ਨੇ? ਸਾਡੇ ਕੋਲ ਅਮਾਈਨੋ ਐਸਿਡ, ਲਿਪਿਡ, ਸ਼ੂਗਰ, ਨਾਈਟ੍ਰੋਜਨ ਬੇਸ, ਇਹ ਸਾਰੇ ਬਾਇਓ ਮਾਈਕਰੋ ਮੋਲੀਕਿਊਲਸ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਸਟੱਡੀ ਕਰਾਂਗੇ। ਅਮਾਈਨੋ ਐਸਿਡ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਕਾਹਦਾ ਬੇਟਾ ਇਹ ਕੌਂਸਟੀਟਿਊਐਂਟਸ ਨੇ, ਇਹ ਪ੍ਰੋਟੀਨਸ ਦਾ ਹੈਗੇ ਨੇ। ਸੋ ਦੈਨ ਲਿਪਿਡਸ ਆ ਗਏ, ਸ਼ੂਗਰਸ ਆ ਗਈਆਂ ਬੇਟਾ, ਨਾਈਟ੍ਰੋਜਨ ਬੇਸ ਆ ਗਈਆਂ। ਇਹ ਲਿਪਿਡ, ਸ਼ੂਗਰ, ਨਾਈਟ੍ਰੋਜਨ ਬੇਸ ਇੱਕ ਦੂਜੇ ਨਾਲ ਕੰਬਾਈਨ ਕਰਕੇ ਅਲੱਗ-ਅਲੱਗ ਮੈਕਰੋ ਮੋਲੀਕਿਊਲਸ ਬਣਾਉਂਦੇ ਹੈ। ਉਹ ਕਿਹੜੇ ਮੈਕਰੋ ਮੋਲੀਕਿਊਲ ਬਣਾਉਂਦੇ ਆ ਅਤੇ ਉਹ ਕਿਵੇਂ ਬਣਦੇ ਆ, ਉਹ ਮੈਕਰੋ ਮੋਲੀਕਿਊਲ ਵਾਲੇ ਪੋਰਸ਼ਨ 'ਚ ਦੇਖਾਂਗੇ। ਹੁਣ ਅਸੀਂ ਸਭ ਤੋਂ ਪਹਿਲਾਂ ਛੋਟੇ ਮੋਲੀਕਿਊਲਸ ਦੀ ਗੱਲ ਕਰਦੇ ਹਾਂ। ਸੋ ਜਿਨ੍ਹਾਂ ਦਾ ਮੋਲੀਕੂਲਰ ਮਾਸ ਜਿਹੜਾ ਹੈਗਾ ਬੇਟਾ ਉਹ ਘੱਟ ਹੈ, 18 to 800 ਡਾਲਟਨਸ ਤੱਕ ਹੈਗਾ, ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ ਬੇਟਾ, ਬਾਇਓ ਮਾਈਕਰੋ ਮੋਲੀਕਿਊਲਸ ਬੋਲਦੇ ਹਾਂ। ਤਾਂ ਬਾਇਓ ਮਾਈਕਰੋ ਮੋਲੀਕਿਊਲਸ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਆਪਣੀ ਗੱਲ ਸਟਾਰਟ ਕਰੂੰਗਾ ਅਮਾਈਨੋ ਐਸਿਡਸ ਤੋਂ। ਅਮਾਈਨੋ ਐਸਿਡਸ ਬੇਟਾ ਕੀ ਹੈਗੇ ਨੇ? ਅਮਾਈਨੋ ਐਸਿਡ ਐਜ਼ ਦਾ ਨੇਮ ਇੰਡੀਕੇਟਸ, ਇਹਨਾਂ ਕੋਲ ਦੋਨੋਂ ਗਰੁੱਪ ਹੋਣਗੇ, ਅਮਾਈਨੋ ਗਰੁੱਪ ਵੀ ਹੋਊਗਾ ਬੇਟਾ ਤੇ ਐਸਿਡਿਕ ਗਰੁੱਪ ਵੀ ਹੋਊਗਾ। ਇਸ ਤਰੀਕੇ ਨਾਲ ਇੱਕ ਕਾਰਬਨ ਹੈ ਸੈਂਟਰਲ, ਇਹਦੇ ਨਾਲ ਇੱਕ ਸਾਈਡ 'ਤੇ ਤਾਂ NH2 ਗਰੁੱਪ ਲੱਗਿਆ ਹੋਇਆ, ਅਮਾਈਨੋ ਗਰੁੱਪ ਲੱਗਿਆ ਹੋਇਆ। ਦੂਸਰਾ ਲੱਗਿਆ ਹੋਇਆ ਸਾਡੇ ਕੋਲ ਕਾਰਬੋਕਸਿਲਿਕ ਗਰੁੱਪ,
ਐਸਿਡਿਕ ਗਰੁੱਪ ਲੱਗਿਆ ਹੋਇਆ, ਹੋ ਗਿਆ ਨਾ ਅਮਾਈਨੋ ਐਸਿਡ। ਫਿਰ ਤੀਸਰੀ ਜਿਹੜੀ ਹੈਗੀ ਹੈ ਬੇਟਾ ਆਪਣੇ ਕੋਲੇ ਆ ਗਿਆ ਹਾਈਡਰੋਜਨ, ਕਾਰਬਨ 4 ਬੌਂਡ ਬਣਾਉਂਦਾ ਹੈ। ਚੌਥਾ ਜਿਹੜਾ ਗਰੁੱਪ ਆ ਗਿਆ ਉਹ ਗਰੁੱਪ ਆ ਗਿਆ ਆਪਣੇ ਕੋਲੇ ਅਲਕਾਇਲ ਗਰੁੱਪ। ਇਹ ਅਲਕਾਇਲ ਗਰੁੱਪ ਵੇਰੀਏਬਲ ਹੈ, ਬਾਕੀ ਤਿੰਨੋਂ ਚੀਜ਼ਾਂ ਫਿਕਸ ਨੇ। ਕਿਸੇ ਵੀ ਅਮਾਈਨੋ ਐਸਿਡ ਦੇ ਵਿੱਚ ਅਮਾਈਨੋ ਗਰੁੱਪ ਕਾਰਬਨ ਨਾਲ ਲੱਗਿਆ ਹੋਊ ਐਂਡ ਵਿਦ ਦਾ ਸੇਮ ਕਾਰਬਨ ਕਾਰਬੋਕਸਿਲ ਗਰੁੱਪ ਵੀ ਲੱਗਿਆ ਹੋਊਗਾ, ਇਸੇ ਕਰਕੇ ਅਮਾਈਨੋ ਐਸਿਡਸ ਨੇ। ਤੀਸਰਾ ਹਾਈਡਰੋਜਨ ਹੈ, ਬਟ ਚੌਥਾ ਕੀ ਹੈ ਵੇਰੀਏਬਲ ਅਲਕਾਇਲ ਗਰੁੱਪ। ਵੇਰੀਏਬਲ ਅਲਕਾਇਲ ਗਰੁੱਪ ਦਾ ਮਤਲਬ ਕਿ ਕਿਸੇ ਦੇ ਵਿੱਚ ਮਿਥਾਈਲ ਵੀ ਹੋ ਸਕਦਾ ਹੈ, ਕਿਸੇ 'ਚ ਇਹ ਵੀ ਹਾਈਡਰੋਜਨ ਵੀ ਹੋ ਸਕਦਾ ਹੈ, ਕਿਸੇ 'ਚ ਇਥਾਈਲ ਵੀ ਹੋ ਸਕਦਾ ਹੈ, ਜਾਂ ਕੋਈ ਹੋਰ ਗਰੁੱਪ ਪ੍ਰੋਪਾਈਲ ਵਗੈਰਾ ਵੀ ਹੋ ਸਕਦਾ ਹੈ। ਸੋ ਇਸ ਬੇਸ ਦੇ ਉੱਤੇ ਸਿਰਫ ਇੱਕੋ ਹੀ ਗਰੁੱਪ ਦੇ ਫਰਕ ਦੇ ਨਾਲ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਅਮਾਈਨੋ ਐਸਿਡਸ ਹੁੰਦੇ ਨੇ। ਐਜ਼ ਵੀ ਨੋ ਦੇਰ ਆਰ ਟੋਟਲ 20 ਟਾਈਪਸ ਆਫ ਅਮਾਈਨੋ ਐਸਿਡਸ। ਅਤੇ ਉਹ 20 ਟਾਈਪਸ ਜਿਹੜੀਆਂ ਹੈਗੀਆਂ ਨੇ ਬੇਟਾ ਅਮਾਈਨੋ ਐਸਿਡਸ ਦੀਆਂ ਕਿਵੇਂ ਬਣਦੀਆਂ ਨੇ, ਉਹ ਇਸ ਅਲਕਾਇਲ ਗਰੁੱਪ ਦੀ ਵੇਰੀਏਸ਼ਨ ਦੇ ਨਾਲ ਹੀ ਬਣਦੀਆਂ ਨੇ। ਤਾਂ ਦੇਖੋ ਆਪਣੇ ਕੋਲ ਕੀ ਹੈ, ਕਾਰਬਨ, ਅਮਾਈਨੋ ਗਰੁੱਪ, carboxylic group, variable side chain and hydrogen. So these are the compounds which are formed by amino group, acid group and hydrogen and a variable alkyl group. ਇਹਦੇ ਵਿੱਚ ਬੇਟਾ ਜਿਹੜੇ ਅਮਾਈਨੋ ਤੇ ਕਾਰਬੋਕਸਿਲਿਕ ਗਰੁੱਪ ਨੇ, ਬਿਕੋਜ਼ these are attached to same carbon, ਉਹ ਕਾਰਬਨ ਕਿਹੜੀ ਹੈ ਅਲਫਾ ਕਾਰਬਨ ਹੈ, ਇਸੇ ਕਰਕੇ ਇਹਨਾਂ ਨੂੰ ਅਲਫਾ ਅਮਾਈਨੋ ਐਸਿਡਸ ਵੀ ਅਸੀਂ ਬੋਲ ਦਿੰਦੇ ਹਾਂ। ਜਿਹੜੀ ਕਾਰਬਨ ਦੇ ਨਾਲ ਬੇਟਾ ਫੰਕਸ਼ਨਲ ਗਰੁੱਪ ਲੱਗਿਆ ਹੁੰਦਾ ਨਾ, ਉਹ ਕਾਰਬਨ ਜਿਹੜੀ ਅਲਫਾ ਕਾਰਬਨ ਹੁੰਦੀ ਹੈ। ਸੋ ਕਿਉਂਕਿ ਇਸ ਕਾਰਬਨ ਦੇ ਨਾਲ ਫੰਕਸ਼ਨਲ ਗਰੁੱਪ ਲੱਗਿਆ ਹੋਇਆ ਹੈ, ਦੈਟਸ ਵਾਈ ਜਿਹੜੀ ਇਹ ਕਾਰਬਨ ਹੈਗੀ ਦਿਸ ਕਾਰਬਨ ਇਜ਼ ਅਲਫਾ ਕਾਰਬਨ। ਜੇ ਕਈ ਵਾਰੀ ਕੀ ਹੁੰਦਾ ਨਾ, ਜਿਵੇਂ ਮੰਨ ਲਓ ਇਹ ਕਾਰਬਨ ਹੈ, ਇਸ ਕਾਰਬਨ ਦੇ ਨਾਲ ਇੱਥੇ CH2 CH3 ਇਸ ਤਰੀਕੇ ਨਾਲ ਹੈ। ਇੱਧਰ ਆਪਣੇ ਕੋਲ ਜਿਹੜਾ ਹੈਗਾ CH2 ਕਾਰਬੋਕਸਿਲਿਕ ਗਰੁੱਪ ਲੱਗਿਆ ਹੋਇਆ ਹੈ। ਕਾਰਬੋਕਸਿਲਿਕ ਗਰੁੱਪ ਦੀ ਤਾਂ ਕਾਰਬਨ ਆ ਗਈ, ਸੋ ਇਹ ਅਲਫਾ ਕਾਰਬਨ, ਇਹ ਬੀਟਾ ਕਾਰਬਨ, ਇਸ ਤਰੀਕੇ ਨਾਲ ਇਹ ਕਾਰਬਨਸ ਹੁੰਦੀਆਂ ਨੇ। ਤਾਂ ਕਿਉਂਕਿ ਇਹ ਜਿਹੜੀ ਕਾਰਬਨ ਨਾਲ ਫੰਕਸ਼ਨਲ ਗਰੁੱਪ ਲੱਗਿਆ ਉਹ ਕਾਰਬਨ ਅਲਫਾ ਕਾਰਬਨ ਹੈ, ਉਸੇ ਨਾਲ ਹੀ ਅਮਾਈਨੋ ਗਰੁੱਪ ਲੱਗਿਆ, ਦੈਟਸ ਵਾਈ ਦੀਜ਼ ਆਰ ਅਲਫਾ ਅਮਾਈਨੋ ਐਸਿਡ। ਸੋ ਇਹ ਸਬਸਟੀਟਿਊਟਡ ਮੀਥੇਨਸ ਹੈਗੇ ਨੇ। ਸਬਸਟੀਟਿਊਟਡ ਮੀਥੇਨਸ ਦਾ ਮਤਲਬ ਮੀਥੇਨ ਕੀ ਹੈ, ਹੁਣ ਇਹ ਲਾਈਨ ਦਾ ਵੀ ਮਤਲਬ ਤੁਹਾਨੂੰ ਸਮਝ ਲੱਗਣਾ ਚਾਹੀਦਾ ਹੈ। ਮੀਥੇਨ ਇਜ਼ ਕਾਰਬਨ, ਹਾਈਡਰੋਜਨ, 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 ਮੀਥੇਨ ਆ ਗਿਆ। ਇਹਦੀ ਸਬਸਟੀਟਿਊਸ਼ਨ ਕਰਤੀ, ਕਿਵੇਂ ਕਰਤੀ? ਸਬਸਟੀਟਿਊਸ਼ਨ ਐਵੇਂ ਕਰਤੀ ਵੀ ਇਹਦੀ ਜਗ੍ਹਾ 'ਤੇ ਕਾਰਬੋਕਸਿਲਿਕ ਗਰੁੱਪ ਲਗਾਤਾ, ਇਹਦੀ ਜਗ੍ਹਾ 'ਤੇ ਅਮਾਈਨੋ ਗਰੁੱਪ ਲਗਾਤਾ, ਇਹਦੀ ਜਗ੍ਹਾ 'ਤੇ ਅਲਕਾਇਲ ਲਗਾਤਾ, ਹਾਈਡਰੋਜਨ ਬਚ ਗਈ। ਸੋ ਸਬਸਟੀਟਿਊਟਡ ਮੀਥੇਨਸ ਹੋ ਗਏ ਨਾ। ਫਿਰ ਇਹ ਮੀਥੇਨ ਦੇ ਵਿੱਚ ਸਬਸਟੀਟਿਊਸ਼ਨ ਨਾਲ ਬਣੇ ਹੋਏ ਨੇ। ਹੁਣ ਬੇਟਾ ਕੁਝ ਕੁ ਅਮਾਈਨੋ ਐਸਿਡਸ ਦੀਆਂ ਐਗਜ਼ਾਮਪਲਸ ਇੱਥੇ ਦਿੱਤੀਆਂ ਹੋਈਆਂ ਨੇ। ਜਿਵੇਂ ਬੇਟਾ ਸਭ ਤੋਂ ਪਹਿਲਾ ਜਿਹੜਾ ਅਮਾਈਨੋ ਐਸਿਡ ਆਪਣੇ ਕੋਲ ਦਿਖਾਇਆ ਹੋਇਆ ਦੈਟ ਇਜ਼ ਗਲਾਈਸੀਨ। ਇਸ ਗਲਾਈਸੀਨ ਅਮਾਈਨੋ ਐਸਿਡ ਦੇ ਵਿੱਚ ਬੇਟਾ ਦੇਖੋ ਕਾਰਬੋਕਸਿਲਿਕ ਗਰੁੱਪ ਤੇ ਅਮਾਈਨੋ ਗਰੁੱਪ ਹੈ, ਇਹ ਫਿਕਸਡ ਹਾਈਡਰੋਜਨ ਹੈ। ਜਿਹੜਾ ਵੇਰੀਏਬਲ ਅਲਕਾਇਲ ਹੈ ਦੈਟ ਇਜ਼ ਹਾਈਡਰੋਜਨ, ਹਾਈਡਰੋਜਨ ਹੋ ਸਕਦਾ। ਵੇਰੀਏਬਲ ਅਲਕਾਇਲ ਮਿਥਾਈਲ ਹੈ। ਵੇਰੀਏਬਲ ਅਲਕਾਇਲ ਦੀ ਜਗ੍ਹਾ 'ਤੇ CH2OH ਗਰੁੱਪ ਲੱਗਿਆ ਹੋਇਆ ਹੈ। ਸੋ ਉਸ ਬੇਸ 'ਤੇ ਅਲੱਗ-ਅਲੱਗ ਤਰ੍ਹਾਂ ਦੇ ਅਮਾਈਨੋ ਐਸਿਡ ਹੋ ਗਏ। ਦਿਸ ਇਜ਼ ਗਲਾਈਸੀਨ, ਦਿਸ ਇਜ਼ ਐਲਾਨੀਨ ਐਂਡ ਦਿਸ ਇਜ਼ ਸੀਰੀਨ। ਅਤੇ ਆਪਣੇ ਕੋਲ ਕਿੰਨੇ ਨੇ? 20। ਹੁਣ ਤੁਸੀਂ ਕਹੋਗੇ ਕਿ ਸਰ 20 ਦੇ ਤਾਂ ਫਿਰ ਯਾਦ ਕਰਨੇ ਔਖੇ ਹੋ ਜਾਣਗੇ। ਕੋਈ ਜ਼ਰੂਰਤ ਨਹੀਂ, ਗਲਾਈਸੀਨ, ਐਲਾਨੀਨ, ਸੀਰੀਨ 2-3 ਕਰ ਲਓ। ਅਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਵਾਰ-ਵਾਰ ਕਹਿਣਾ ਹੁੰਦਾ ਵੀ ਜਿਹੜੇ ਮੈਂ ਇੱਥੇ ਬੇਟਾ ਤੁਹਾਨੂੰ ਕਰਵਾ ਰਿਹਾ ਇਹ ਬਿਲਕੁਲ ਉਹੀ ਹੈਗੇ ਨੇ ਜਿਹੜੇ ਮੈਂ ਤੁਹਾਡੀ NCERT ਦੀ ਬੁੱਕ ਦੇ ਵਿੱਚੋਂ ਚੱਕੇ ਆ, ਹੋਰ ਕਿਤੋਂ ਨਹੀਂ ਲਏ। ਸੋ ਆਪਣੀ NCERT ਦੀ ਬੁੱਕ ਖੋਲ੍ਹੋ, ਉਹਦੇ ਵਿੱਚ ਬੇਟਾ ਪੇਜ ਨੰਬਰ 145 ਜਿਹੜਾ ਹੈਗਾ ਮੇਰੇ ਕੋਲ ਹੈ, ਉਸ ਦੇ ਉੱਤੇ ਗਲਾਈਸੀਨ, ਐਲਾਨੀਨ, ਸੀਰੀਨ ਇਹ ਦਿੱਤੇ ਹੋਏ ਨੇ, ਤਿੰਨੋਂ ਹੀ ਦਿੱਤੇ ਹੋਏ ਨੇ। ਉਹੀ ਮੈਂ ਇੱਥੇ ਪੜ੍ਹਾ ਰਿਹਾ ਤੁਹਾਨੂੰ, ਠੀਕ ਹੈ ਨਾ। ਸੋ ਐਟਲੀਸਟ NCERT ਵਾਲੇ ਤਾਂ ਯਾਦ ਕਰਾਂਗੇ ਨਾ। ਸੋ ਇਸ ਤੋਂ ਬਾਅਦ ਦੇ ਵਿੱਚ ਬੇਟਾ ਹੁਣ ਅਮਾਈਨੋ ਐਸਿਡ ਤੁਹਾਨੂੰ ਮੈਂ ਦੱਸਿਆ ਕਿ ਪ੍ਰੋਟੀਨ ਸਿੰਥਸਿਸ ਦੇ ਵਿੱਚ ਜਿਹੜੇ ਵਰਤੇ ਜਾਂਦੇ ਨੇ ਉਹ 20 ਨੇ, ਬਟ ਉਹਨਾਂ ਨੂੰ ਅਸੀਂ 3 ਕੈਟਾਗਰੀਜ਼ ਦੇ ਵਿੱਚ ਡਿਵਾਈਡ ਕਰਦੇ ਹਾਂ, ਐਸਿਡਿਕ, ਬੇਸਿਕ ਐਂਡ ਨਿਊਟਰਲ ਅਮਾਈਨੋ ਐਸਿਡਸ। ਇਹ ਐਸਿਡਿਕ, ਬੇਸਿਕ ਅਤੇ ਨਿਊਟਰਲ ਅਮਾਈਨੋ ਐਸਿਡਸ ਕਿਵੇਂ ਹੈ ਬਟ ਦੇਖੋ, ਹਰ ਇੱਕ ਜੋ ਅਮਾਈਨੋ ਐਸਿਡ ਹੈ ਇਹਦੇ ਵਿੱਚ ਸੈਂਟਰਲ ਕਾਰਬਨ ਦੇ ਨਾਲ ਇੱਕ ਪਾਸੇ ਕਾਰਬੋਕਸਿਲਿਕ ਗਰੁੱਪ ਲੱਗਿਆ ਹੋਇਆ ਹੈ ਜਿਹੜਾ ਇਸ ਦੀ ਐਸਿਡਿਕ ਨੇਚਰ ਨੂੰ ਪੋਜੈਸ ਕਰਦਾ ਹੈ। ਦੂਸਰਾ ਕੀ ਹੈ ਬਟ ਆਪਣੇ ਕੋਲੇ ਅਮਾਈਨੋ ਗਰੁੱਪ ਲੱਗਿਆ ਹੋਇਆ ਹੈ। ਤੀਸਰਾ ਸਾਡੇ ਕੋਲੇ ਹਾਈਡਰੋਜਨ ਹੈ ਅਤੇ ਚੌਥਾ ਜਿਹੜਾ ਹੈਗਾ ਬੇਟਾ ਆਪਣੇ ਕੋਲੇ ਵੇਰੀਏਬਲ ਅਲਕਾਇਲ ਗਰੁੱਪ ਹੈ। ਹੁਣ ਹੋਰ ਤਾਂ ਕਿਤੇ ਬੇਟਾ ਇਹਦੇ ਵਿੱਚ ਕੋਈ ਫਰਕ ਆ ਹੀ ਨਹੀਂ ਸਕਦਾ, ਕਿਉਂਕਿ ਇੱਕ ਸਾਈਡ 'ਤੇ ਆਪਣੇ ਕੋਲ ਐਸਿਡਿਕ ਗਰੁੱਪ ਹੈ। ਜਿਹੜਾ ਇਹ ਐਸਿਡਿਕ ਗਰੁੱਪ ਹੈਗਾ ਬੇਟਾ ਇਹ ਇਸ ਨੂੰ ਐਸਿਡਿਕ ਪ੍ਰੋਪਰਟੀਜ਼ ਪ੍ਰੋਵਾਈਡ ਕਰ ਰਿਹਾ ਹੈ, ਅਮਾਈਨੋ ਗਰੁੱਪ ਇਸ ਨੂੰ ਬੇਸਿਕ ਪ੍ਰੋਪਰਟੀਜ਼ ਪ੍ਰੋਵਾਈਡ ਕਰ ਰਿਹਾ ਹੈ। ਇੱਕੋ ਹੀ ਐਸਿਡਿਕ ਗਰੁੱਪ ਹੈ, ਇੱਕੋ ਹੀ ਬੇਸਿਕ ਗਰੁੱਪ ਹੈ, ਇਹਦਾ ਮਤਲਬ ਇਸ ਬੇਸ 'ਤੇ ਕੀ ਹੋਣਾ ਚਾਹੀਦਾ ਬੇਟਾ, ਇਹ ਨਿਊਟਰਲ ਅਮਾਈਨੋ ਐਸਿਡ ਹੋਣਾ ਚਾਹੀਦਾ। ਬਟ ਵੀ ਨੋ ਕਿ ਇੱਕ ਇਹਦੇ ਵਿੱਚ ਗਰੁੱਪ ਇਹ ਵੀ ਪਿਆ ਜਿਹੜਾ ਵੇਰੀਏਬਲ ਗਰੁੱਪ ਹੈਗਾ।
ਹੁਣ ਜਿਹੜਾ ਇਹ ਵੇਰੀਏਬਲ ਗਰੁੱਪ ਹੈ ਬੇਟਾ, ਇਸ ਵੇਰੀਏਬਲ ਗਰੁੱਪ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵੀ ਤਾਂ ਹੋ ਸਕਦਾ ਵੀ ਜਿਹਦੇ ਕੋਲ ਕਾਰਬੋਕਸਿਲ ਗਰੁੱਪ ਇਹ 'ਚ ਪਿਆ ਹੋਵੇ। ਜੇ ਇਹ ਵੇਰੀਏਬਲ ਗਰੁੱਪ ਦੇ ਵਿੱਚ ਕਾਰਬੋਕਸਿਲ ਗਰੁੱਪ ਆ ਗਿਆ, ਇਹਦਾ ਮਤਲਬ ਇਹਦੇ ਕੋਲ ਤਾਂ ਐਸਿਡ ਗਰੁੱਪ 2 ਹੋ ਗਏ, ਇੱਕ ਤਾਂ ਆਪਦਾ ਪਿਆ ਹੀ ਸੀ, ਦੂਸਰਾ ਵੇਰੀਏਬਲ 'ਚ ਆ ਗਿਆ। ਜੇ 2 ਹੋ ਗਏ ਤਾਂ ਅਸੀਂ ਇਸ ਨੂੰ ਕੀ ਕਹਿ ਦਾਂਗੇ ਕਿ ਓਵਰਆਲ ਦਿਸ ਇਜ਼ ਐਸਿਡਿਕ ਅਮਾਈਨੋ ਐਸਿਡ। ਤੇ ਜੇ ਕੀ ਹੋ ਗਿਆ ਬੇਟਾ, ਜਿਹੜਾ ਆਪਣੇ ਕੋਲੇ ਇੱਧਰ ਪ੍ਰੈਜ਼ੈਂਟ ਹੈਗਾ ਇਹ ਵੇਰੀਏਬਲ ਗਰੁੱਪ, ਇਸ ਵੇਰੀਏਬਲ ਗਰੁੱਪ ਦੇ ਵਿੱਚ ਬੇਟਾ ਜੇ ਅਮਾਈਨੋ ਗਰੁੱਪ ਲੱਗਿਆ ਆ ਗਿਆ, ਇਹਦਾ ਮਤਲਬ ਇਹਦੇ ਕੋਲੇ ਤਾਂ ਬੇਸਿਕ ਗਰੁੱਪ 2 ਹੋ ਜਾਣਗੇ, ਇੱਕ ਤਾਂ ਆਪਦਾ ਹੈਗਾ ਹੀ ਹੈਗਾ, ਇੱਕ ਅਲੱਗ ਤੋਂ ਲੱਗਿਆ ਹੋ ਗਿਆ, 2 ਬੇਸਿਕ ਗਰੁੱਪ ਹੋ ਗਏ ਤੇ ਇੱਕੋ ਹੀ ਐਸਿਡਿਕ ਗਰੁੱਪ ਰਹਿ ਗਿਆ। ਓਵਰਆਲ ਕਿਹੜੀਆਂ ਪ੍ਰੋਪਰਟੀਜ਼ ਆ ਗਈਆਂ? ਬੇਸਿਕ ਪ੍ਰੋਪਰਟੀਜ਼ ਆ ਗਈਆਂ। ਦੈਟਸ ਵਾਈ ਇਸ ਨੂੰ ਅਸੀਂ ਕੀ ਕਹਿ ਦਾਂਗੇ ਕਿ ਇਹ ਬੇਸਿਕ ਅਮਾਈਨੋ ਐਸਿਡ ਹੈਗਾ। ਸੋ ਇਸ ਤਰ੍ਹਾਂ ਬੇਟਾ ਅਮਾਈਨੋ ਐਸਿਡਸ 3 ਤਰ੍ਹਾਂ ਦੇ ਹੋ ਸਕਦੇ ਨੇ। ਐਸਿਡਿਕ ਦੇਖੋ 2 ਐਸਿਡਿਕ ਗਰੁੱਪ ਪਏ ਹੈ, ਬੇਸਿਕ ਦੇਖੋ 2 ਬੇਸਿਕ ਗਰੁੱਪ ਪਏ ਹੈ, ਨਿਊਟਰਲ 1 ਬੇਸਿਕ ਗਰੁੱਪ ਹੈ ਤੇ 1 ਹੀ ਹੈ ਐਸਿਡਿਕ ਗਰੁੱਪ ਹੈ। ਤਾਂ ਹੁਣ ਤੁਸੀਂ ਮੈਨੂੰ ਦੱਸੋ ਕਿ ਸਕਰੀਨ ਦੇ ਉੱਤੇ ਦਿਖਾਏ ਹੋਏ ਜਿਹੜੇ ਆਹ 3 ਨੇ, ਇਹਨਾਂ ਤਿੰਨਾਂ ਦੇ ਵਿੱਚ ਕਿੰਨੇ ਐਸਿਡਿਕ ਗਰੁੱਪ ਨੇ? ਤਿੰਨਾਂ ਕੋਲੇ 1-1 ਹੈ। ਬੇਸਿਕ ਕਿੰਨੇ ਹੈ? ਤਿੰਨਾਂ ਕੋਲੇ 1-1 ਹੈ। ਕੀ ਇਸ ਤੋਂ ਇਲਾਵਾ ਕੋਈ ਐਸਿਡਿਕ ਤੇ ਬੇਸਿਕ ਗਰੁੱਪ ਹੈ? ਨਹੀਂ ਹੈ। ਇਹਦਾ ਮਤਲਬ ਕੀ ਹੋ ਗਿਆ ਬੇਟਾ, ਇਹ ਨਿਊਟਰਲ ਅਮਾਈਨੋ ਐਸਿਡਸ ਹੋ ਗਏ। ਸੋ ਉਹੀ ਨਿਊਟਰਲ ਅਮਾਈਨੋ ਐਸਿਡ ਇੱਥੇ ਦਿੱਤੇ ਹੋਏ ਨੇ। ਇਹ ਸੀ 3 ਕੈਟਾਗਰੀਜ਼। ਦੈਨ ਬੇਟਾ ਅਮਾਈਨੋ ਐਸਿਡ ਨੂੰ ਅਸੀਂ ਫਰਦਰ 2 ਕੈਟਾਗਰੀਜ਼ ਦੇ ਵਿੱਚ ਹੋਰ ਡਿਵਾਈਡ ਕਰ ਸਕਦੇ ਹਾਂ, ਇੱਕ ਐਸੈਂਸ਼ੀਅਲ ਅਮਾਈਨੋ ਐਸਿਡਸ ਤੇ ਇੱਕ ਨੋਨ ਐਸੈਂਸ਼ੀਅਲ ਅਮਾਈਨੋ ਐਸਿਡਸ। ਤੁਸੀਂ ਵੇਖੋ ਕਿ ਪ੍ਰੋਟੀਨ ਸਿੰਥਸਿਸ ਹੋਣੀ ਹੈ ਬੇਟਾ, ਬਾਡੀ 'ਚ ਹੋਣੀ ਹੈ ਨਾ ਪ੍ਰੋਟੀਨ ਸਿੰਥਸਿਸ, ਤੇ ਪ੍ਰੋਟੀਨ ਕਾਹਦੇ ਤੋਂ ਬਣਨੇ ਨੇ? ਅਮਾਈਨੋ ਐਸਿਡਸ ਤੋਂ। ਅਮਾਈਨੋ ਐਸਿਡਸ ਇੱਕ ਦੂਜੇ ਨਾਲ ਕੰਬਾਈਨ ਕਰੀ ਜਾਣਗੇ ਤਾਂ ਕੀ ਬਣ ਜੂਗਾ? ਪ੍ਰੋਟੀਨਸ ਬਣ ਜਾਣਗੇ। ਹੁਣ ਅਮਾਈਨੋ ਐਸਿਡ ਦੇ ਕੰਬੀਨੇਸ਼ਨ ਨਾਲ ਜਿਹੜੇ ਪ੍ਰੋਟੀਨਸ ਬੇਟਾ ਆਪਣੇ ਕੋਲੇ ਬਣਦੇ ਨੇ, ਉਹਨਾਂ ਪ੍ਰੋਟੀਨਸ ਨੂੰ ਬਣਾਉਣ ਦੇ ਲਈ ਅਮਾਈਨੋ ਐਸਿਡ ਸਾਡੀ ਬਾਡੀ ਦੇ ਵਿੱਚ ਵੀ ਪ੍ਰੈਜ਼ੈਂਟ ਹੋ ਸਕਦੇ ਨੇ, ਤੇ ਜਾਂ ਅਸੀਂ ਬੇਟਾ ਕਿੱਥੋਂ ਲੈ ਸਕਦੇ ਹਾਂ ਉਹਨਾਂ ਨੂੰ? ਫੂਡ ਤੋਂ ਵੀ ਲੈ ਸਕਦੇ ਹਾਂ। ਸੋ ਜੇ ਕੋਈ ਇਸ ਤਰ੍ਹਾਂ ਦੇ ਅਮਾਈਨੋ ਐਸਿਡਸ ਨੇ ਜਿਨ੍ਹਾਂ ਨੂੰ ਸਾਡੀ ਬਾਡੀ ਸਿੰਥਸਾਈਜ਼ ਕਰ ਹੀ ਨਹੀਂ ਸਕਦੀ, ਇਹਦਾ ਮਤਲਬ ਉਹ ਅਮਾਈਨੋ ਐਸਿਡ ਜੇ ਕੋਈ ਇਸ ਤਰ੍ਹਾਂ ਦੇ ਅਮਾਈਨੋ ਐਸਿਡਸ ਨੇ ਜਿਹੜੇ ਅਮਾਈਨੋ ਐਸਿਡਸ ਨੂੰ ਸਾਡੀ ਬਾਡੀ ਸਿੰਥਸਾਈਜ਼ ਹੀ ਨਹੀਂ ਕਰ ਸਕਦੀ, ਬਟ ਉਹ ਅਮਾਈਨੋ ਐਸਿਡ ਪ੍ਰੋਟੀਨ ਸਿੰਥਸਿਸ ਦੇ ਲਈ ਤੇ ਚਾਹੀਦੇ ਨੇ ਨਾ, ਤਾਂ ਫਿਰ ਉਹ ਅਮਾਈਨੋ ਐਸਿਡ ਕਿੱਥੋਂ ਆਉਣ? ਉਹਨਾਂ ਅਮਾਈਨੋ ਐਸਿਡਸ ਨੂੰ ਅਸੀਂ ਫੂਡ ਦੇ ਥਰੂ ਲਵਾਂਗੇ। ਤਾਂ ਬੇਟਾ ਇਸ ਤਰ੍ਹਾਂ ਦੇ ਅਮਾਈਨੋ ਐਸਿਡਸ ਵਿਚ ਮਸਟ ਬੀ ਪ੍ਰੈਜ਼ੈਂਟ ਇਨ ਫੂਡ, ਕਿਉਂਕਿ ਸਾਡੀ ਬਾਡੀ ਉਹਨਾਂ ਨੂੰ ਸਿੰਥਸਾਈਜ਼ ਨਹੀਂ ਕਰ ਸਕਦੀ ਤੇ ਉਹ ਫੂਡ ਦੇ ਵਿੱਚ ਹੋਣੇ ਜ਼ਰੂਰੀ ਹੈ। ਉਹਨਾਂ ਅਮਾਈਨੋ ਐਸਿਡਸ ਨੂੰ ਅਸੀਂ ਕਹਾਂਗੇ ਐਸੈਂਸ਼ੀਅਲ ਅਮਾਈਨੋ ਐਸਿਡਸ। ਤੇ ਦੂਸਰੇ ਅਮਾਈਨੋ ਐਸਿਡਸ, ਜਿਹੜੇ ਅਮਾਈਨੋ ਐਸਿਡ ਜੇ ਸਾਡੇ ਫੂਡ ਦੇ ਵਿੱਚ ਨਹੀਂ ਵੀ ਹੈਗੇ, ਈਵਨ ਦੈਨ ਕੋਈ ਪ੍ਰੋਬਲਮ ਨਹੀਂ ਆਉਣੀ, ਕਿਉਂਕਿ ਸਾਡੀ ਬਾਡੀ ਨੇ ਉਹਨਾਂ ਨੂੰ ਸਿੰਥਸਾਈਜ਼ ਕਰ ਹੀ ਲੈਣਾ ਹੈ, ਤਾਂ ਉਹਨਾਂ ਨੂੰ ਅਸੀਂ ਕੀ ਬੋਲਾਂਗੇ ਬੇਟਾ? ਨੋਨ ਐਸੈਂਸ਼ੀਅਲ ਅਮਾਈਨੋ ਐਸਿਡਸ। ਸੋ ਅਮਾਈਨੋ ਐਸਿਡਸ 2 ਤਰ੍ਹਾਂ ਦੇ ਹੁੰਦੇ ਨੇ, ਐਸੈਂਸ਼ੀਅਲ ਅਮਾਈਨੋ ਐਸਿਡਸ ਐਂਡ ਨੋਨ ਐਸੈਂਸ਼ੀਅਲ ਅਮਾਈਨੋ ਐਸਿਡਸ। ਐਸੈਂਸ਼ੀਅਲ ਅਮਾਈਨੋ ਐਸਿਡਸ ਜਿਹੜੇ ਹੈਗੇ ਨੇ ਦੇ ਕੈਨ ਨਾਟ ਬੀ ਸਿੰਥਸਾਈਜ਼ਡ ਬਾਈ ਦਾ ਬਾਡੀ ਐਂਡ ਥੀਸ ਮਸਟ ਬੀ ਸਪਲਾਈਡ ਥਰੂ ਦਾ ਡਾਈਟ। ਸੋ ਇਹ ਐਗਜ਼ਾਮਪਲਸ ਤੁਸੀਂ ਜ਼ਰੂਰ ਯਾਦ ਰੱਖਣੀਆਂ ਨੇ ਇਹਨਾਂ ਦੀਆਂ, 1-1 2-2, ਲਾਈਸੀਨ, ਲਿਊਸੀਨ, ਆਈਸੋਲਿਊਸੀਨ, ट्रिप्टोफन, ये सारे की ने एसेंशियल ने, ठीक है ना। सो कित्थे प्रेजेंट होने चाहिए ने? फूड च प्रेजेंट होने चाहिए ने। तो इन्हों कौन सिंथेसाइज कर लूगा? साडे सैल सिंथेसाइज कर लैणगे। ग्लाइसीन, एलानीन, सीरीन, आर्जीनीन, ये सारे की आ गए अपने कोले नॉन एसेंशियल अमाइनो एसिड्स। इस तो बाद दे विच बेटा हुण असीं अमाइनो एसिड के स्ट्रक्चर नूं जदों होर थोड़ा जिहा ध्यान नाल वेखदे हैं ਤਾਂ ਅਸੀਂ ਇਸ ਦੇ ਆਇਨਿਕ ਸਟਰਕਚਰ ਦੇ ਲੈਵਲ ਤੇ ਜਾਂਦੇ ਹਾਂ, ਆਇਨਿਕ ਲੈਵਲ ਦੇ ਉੱਤੇ ਜਾਂਦੇ ਹਾਂ। ਆਇਨਿਕ ਸਟਰਕਚਰ ਜਿਹੜਾ ਹੈਗਾ ਕੀ ਹੈ ਬੇਟਾ, ਜਾਂ ਇਸ ਨੂੰ ਜੁਏਟਰਾਈਨ ਸਟਰਕਚਰ ਕਿਵੇਂ ਕਹਿੰਦੇ ਆ, ਹੁਣ ਅਸੀਂ ਇਸ ਚੀਜ਼ ਨੂੰ ਐਕਸਪਲੇਨ ਕਰਨਾ ਹੈ। ਤਾਂ ਬੇਟਾ ਜਦੋਂ ਜੁਏਟਰਾਈਨ ਸਟਰਕਚਰ ਦੀ ਗੱਲ ਹੁੰਦੀ ਹੈ ਤਾਂ ਇਹ ਗੱਲ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਕਿ ਜਿਵੇਂ ਆਪਣੇ ਕੋਲੇ ਐਟਮਸ ਨੇ, ਮੋਲੀਕਿਊਲਸ ਨੇ, ਇਹ ਬੇਟਾ ਜਿਹੜੇ ਐਟਮਸ ਨੇ, ਮੋਲੀਕਿਊਲਸ ਨੇ, ਇਹ ਨਿਊਟਰਲ ਨੇ, ਦੇ ਆਰ ਹੈਵਿੰਗ ਨੋ ਚਾਰਜ। बट समटाइम्स की होंदा है, जिमें सोडियम एटम है न्यूट्रल है, बाय लॉस ऑफ 1 इलैक्ट्रॉन दिस इज़ कन्वर्टेड टू सोडियम पॉजिटिव 1 इलैक्ट्रॉन। जिहड़ा बेटा सोडियम पॉजिटिव है ये की हो गया? दिस इज़ हैविंग पॉजिटिव चार्ज एंड दिस इज़ कॉल्ड कैटाइन। सिमिलरली मान लो क्लोरीन का एटम है न्यूट्रल है, बाय गेनिंग 1 इलैक्ट्रॉन दिस इज़ कन्वर्टेड टू क्लोराइड नैगेटिव, तो ये अपने को की हो गया बेटा? अनाइन हो गया। तो इस तरीके नाल अपने को कैटाइन ते अनाइन दो बेटा पॉजिटिवली ते नैगेटिवली चार्जड आइनस हो सकते हैं। मतलब कि आइनस अपने को असीं हुण तक जो भी पढ़ते हैं कि 2 कैटेगरीज के डिवाइड किए जाते हैं। कैटाइन जिन्हां ते पॉजिटिव चार्ज है, अनाइन जिन्हां ते किहड़ा चार्ज है बेटा? नैगेटिव चार्ज है। बट जदों असीं
ਅਮਾਈਨੋ ਐਸਿਡਸ ਦੀ ਸਿਚੁਏਸ਼ਨ ਵੇਖਦੇ ਹਾਂ ਬੇਟਾ ਕਟਾਇਨ ਤੇ ਅਨਾਇਨ ਦੇ ਅਕੋਰਡਿੰਗਲੀ, ਤਾਂ ਸਾਨੂੰ ਥੋੜੀ ਜਿਹੀ ਸਿਚੁਏਸ਼ਨ ਜਿਹੜੀ ਹੈਗੀ ਹੈ ਇਹ ਨਾਰਮਲ ਟ੍ਰੈਂਡ ਤੋਂ ਵੱਖਰੀ ਲੱਗਦੀ ਹੈ। ਉਹ ਕਿਵੇਂ? ਉਹ ਇਸ ਤਰੀਕੇ ਨਾਲ ਕਿ ਜਿਵੇਂ ਦਾ ਸਟਰਕਚਰ ਹੈ ਕਾਰਬਨ, ਨਾਈਟ੍ਰੋਜਨ, ਹਾਈਡਰੋਜਨ, ਹਾਈਡਰੋਜਨ, ਇੱਥੇ ਅਲਕਾਇਲ ਗਰੁੱਪ ਆ ਗਿਆ, ਦੈਨ ਇੱਧਰ ਕਾਰਬਨ ਡਬਲ ਬੌਂਡ ਆਕਸੀਜਨ, ਆਕਸੀਜਨ, ਹਾਈਡਰੋਜਨ, ਇੱਥੇ ਕੀ ਆ ਗਿਆ ਬੇਟਾ ਹਾਈਡਰੋਜਨ ਆ ਗਿਆ। ਤਾਂ ਹੁਣ ਇੱਥੇ ਜਿਹੜਾ ਹੈਗਾ ਆਪਣੇ ਕੋਲੇ ਲੋਨ ਪੇਅਰ ਆਫ ਇਲੈਕਟ੍ਰੋਨਸ ਜਿਹੜੇ ਆਕਸੀਜਨ ਕੋਲੇ ਦੋ ਪ੍ਰੈਜ਼ੈਂਟ ਨੇ। ਦੂਸਰੇ ਪਾਸੇ ਬੇਟਾ ਕੀ ਹੈ ਕਿ ਇਹੀ ਕਾਰਬਨ ਜਿਹੜੀ ਹੈਗੀ ਹੈ ਇਹ ਡਬਲ ਬੌਂਡਡ ਹੈਗੀ ਹੈ ਵਿਦ ਆਕਸੀਜਨ। ਐਜ਼ ਵੀ ਨੋ ਆਕਸੀਜਨ ਇਜ਼ ਮੋਰ ਇਲੈਕਟ੍ਰੋਨੈਗੇਟਿਵ ਦੈਨ ਕਾਰਬਨ, ਸੋ ਇਲੈਕਟ੍ਰੋਨ ਐਕਟੀਵਿਟੀ ਆਕਸੀਜਨ ਦੀ ਜ਼ਿਆਦਾ ਹੈ, ਦੈਟਸ ਵਾਈ ਇਲੈਕਟ੍ਰੋਨ ਵਿਲ ਮੂਵ ਟੂਵਰਡਸ ਆਕਸੀਜਨ। ਅਤੇ ਇਹੀ ਇਲੈਕਟ੍ਰੋਨ ਜਿਹੜੇ ਹੈਗੇ ਨੇ ਬੇਟਾ ਇਹ ਇੱਧਰ ਨੂੰ ਆ ਸਕਦੇ ਨੇ। ਸੋ ਐਜ਼ ਅ ਰਿਜ਼ਲਟ ਜਿਹੜਾ ਹੈਗਾ ਬੇਟਾ ਇਹ ਆਪਣੇ ਕੋਲੇ ਆਕਸੀਜਨ ਜਿਹੜੀ ਹੈਗੀ ਦੈਟ ਵਿਲ ਕੈਰੀ ਪੋਜ਼ੀਟਿਵ ਚਾਰਜ, ਬਟ ਆਕਸੀਜਨ ਕਿਉਂਕਿ ਇਲੈਕਟ੍ਰੋਨੈਗੇਟਿਵ ਉਹਦੇ ਕੋਲ ਪੋਜ਼ੀਟਿਵ ਚਾਰਜ ਜਾ ਨਹੀਂ ਸਕਦਾ, ਇਸ ਕਰਕੇ ਆਕਸੀਜਨ ਹਾਈਡਰੋਜਨ ਬੌਂਡ ਟੁੱਟ ਸਕਦਾ ਹੈ ਅਤੇ ਇਹਦੇ ਇਲੈਕਟ੍ਰੋਨ ਇੱਥੇ ਆ ਸਕਦੇ ਨੇ। ਐਜ਼ ਅ ਰਿਜ਼ਲਟ ਜਿਹੜਾ ਹਾਈਡਰੋਜਨ ਹੈਗਾ ਬੇਟਾ ਦਿਸ ਵਿਲ ਬੀ ਰਿਲੀਜ਼ਡ ਇਨ ਦਾ ਫਾਰਮ ਆਫ ਪ੍ਰੋਟੋਨ, H ਪੋਜ਼ਿਟਿਵ ਆਇਨ ਦੀ ਫਾਰਮ ਦੇ ਵਿੱਚ ਇਹ ਰਿਮੂਵ ਹੋ ਸਕਦਾ ਹੈ। ਅਤੇ ਦੂਸਰੇ ਪਾਸੇ ਬੇਟਾ ਜੇ ਸਿਚੁਏਸ਼ਨ ਦੇਖੀ ਜਾਵੇ, ਉਹ ਦੂਸਰੇ ਪਾਸੇ ਸਿਚੁਏਸ਼ਨ ਇਹ ਹੈ ਕਿ ਨਾਈਟ੍ਰੋਜਨ ਜਿਹੜੀ ਹੈਗੀ ਹੈ ਇਹਦੇ ਕੋਲੇ ਲੋਨ ਪੇਅਰ ਆਫ ਇਲੈਕਟ੍ਰੋਨ ਪ੍ਰੈਜ਼ੈਂਟ ਹੈ। ਜਦੋਂ ਇਹਦੇ ਕੋਲੇ ਲੋਨ ਪੇਅਰ ਆਫ ਇਲੈਕਟ੍ਰੋਨ ਪ੍ਰੈਜ਼ੈਂਟ ਹੈ ਤਾਂ ਇਹ ਕੀ ਹੈ, ਜੇ ਇਹਨੂੰ ਕੋਈ ਵੀ ਕਟਾਇਨ ਮਿਲਦਾ ਹੈ, H ਪੋਜ਼ਿਟਿਵ ਆਇਨ ਮਿਲਦਾ ਹੈ, ਤਾਂ ਇਹਦੇ ਵੱਲ ਅਟਰੈਕਟ ਹੋ ਸਕਦਾ ਹੈ। ਜੇ ਅਟਰੈਕਟ ਹੋ ਗਿਆ ਬੇਟਾ ਤਾਂ ਸਾਡੀ ਸਿਚੁਏਸ਼ਨ ਜਿਹੜੀ ਹੈਗੀ ਉਹ ਕੀ ਬਣ ਜੂਗੀ, ਇਸ ਤੋਂ ਬਾਅਦ ਦਾ ਸਾਡਾ ਰਿਜ਼ਲਟ ਕੀ ਆ ਜੂਗੀ, ਕਾਰਬਨ, ਕਾਰਬਨ ਦੇ ਨਾਲ ਇੱਥੇ NH3 ਪੋਜ਼ਿਟਿਵ, ਨਾਈਟ੍ਰੋਜਨ ਦੇ ਪੋਜ਼ਿਟਿਵ ਚਾਰਜ ਆ ਗਿਆ, ਇੱਧਰ ਕੀ ਆ ਗਿਆ COO ਨੈਗੇਟਿਵ, ਇਸ ਆਕਸੀਜਨ 'ਤੇ ਨੈਗੇਟਿਵ ਚਾਰਜ ਆ ਗਿਆ, ਇੱਧਰ ਅਲਕਾਇਲ ਗਰੁੱਪ ਹੈ, ਇੱਧਰ ਕੀ ਆ ਗਿਆ ਹਾਈਡਰੋਜਨ। ਮਤਲਬ ਕਿ ਜਿਹੜਾ ਇਹ ਸਟਰਕਚਰ ਆਪਣੇ ਕੋਲੇ ਬੇਟਾ ਬਣ ਗਿਆ, ਇਸ ਸਟਰਕਚਰ ਨੂੰ ਜੇ ਤੁਸੀਂ ਥੋੜ੍ਹਾ ਜਿਹਾ ਧਿਆਨ ਨਾਲ ਵੇਖੋ ਕੀ ਇਹ ਕਟਾਇਨ ਹੈ ਜਾਂ ਅਨਾਇਨ ਹੈ। ਕਾਰਬੋਕਸਿਲਿਕ ਗਰੁੱਪ ਕਰਕੇ ਇਹਦੇ 'ਤੇ ਕਿਹੜਾ ਚਾਰਜ ਆ ਗਿਆ, ਨੈਗੇਟਿਵ ਚਾਰਜ। ਅਤੇ ਨਾਈਟ੍ਰੋਜਨ ਕੋਲੇ ਲੋਨ ਪੇਅਰ ਆਫ ਇਲੈਕਟ੍ਰੋਨ ਪਿਆ ਸੀ, ਉਹਨੇ ਪ੍ਰੋਟੋਨ ਲੈ ਲਿਆ, ਗੇਨ ਕਰ ਲਿਆ, ਅਤੇ ਇਹਦੇ ਕਿਹੜਾ ਚਾਰਜ ਆ ਗਿਆ, ਪੋਜ਼ਿਟਿਵ ਚਾਰਜ। ਇਹਦਾ ਮਤਲਬ ਅਮਾਈਨੋ ਐਸਿਡਸ ਨਿਊਟਰਲ ਆਈਡੈਂਟਿਟੀ ਦੀ ਫਾਰਮ ਦੇ ਵਿੱਚ ਐਗਜ਼ਿਸਟ ਹੀ ਨਹੀਂ ਕਰ ਰਹੇ, ਇਹ ਤਾਂ ਇੱਕ ਇਹੋ ਜਿਹੀ ਸਟਰਕਚਰ ਦੀ ਫਾਰਮ ਦੇ ਵਿੱਚ ਐਗਜ਼ਿਸਟ ਕਰ ਰਹੇ ਹੈ ਵਿਚ ਇਜ਼ ਹੈਵਿੰਗ ਬੋਥ ਪੋਜ਼ਿਟਿਵ ਚਾਰਜ ਐਂਡ ਨੈਗੇਟਿਵ ਚਾਰਜ। ਅਤੇ ਜਿਹੜਾ ਇਸ ਤਰ੍ਹਾਂ ਦਾ ਆਇਨ ਹੈ ਜਿਹਦੇ ਕੋਲ ਦੋਨੋਂ ਚਾਰਜ ਆ ਗਏ, ਇਸ ਨੂੰ ਅਸੀਂ ਕੀ ਬੋਲਦੇ ਹਾਂ ਬੇਟਾ, ਜ਼ੁਇਟਰਾਇਨ। ਸੋ ਇਹੀ ਜ਼ੁਇਟਰਾਇਨ ਸਟਰਕਚਰ ਦੀ ਗੱਲ ਅਮਾਈਨੋ ਐਸਿਡਸ ਦੇ ਵਿੱਚ ਕੀਤੀ ਗਈ ਹੈ। ਹਾਂਜੀ ਬੇਟਾ ਧਿਆਨ ਨਾਲ ਵੇਖੋ, ਇਨ ਅਮਾਈਨੋ ਐਸਿਡਸ ਅਮਾਈਨ ਗਰੁੱਪ ਹੈ, ਕਾਰਬੋਕਸਿਲਿਕ ਗਰੁੱਪ ਹੈ, ਦੇ ਹੈਵ ਆਇਓਨਾਈਜ਼ੇਬਲ ਨੇਚਰ। ਇਹਦੀ ਵੀ ਆਇਓਨਾਈਜ਼ੇਬਲ ਨੇਚਰ ਹੈ, ਇਹ ਪ੍ਰੋਟੋਨ ਗੇਨ ਕਰ ਸਕਦਾ ਹੈ, ਇਹਦੀ ਵੀ ਆਇਓਨਾਈਜ਼ੇਬਲ ਨੇਚਰ ਹੈ, ਇਹ ਪ੍ਰੋਟੋਨ ਡੋਨੇਟ ਕਰ ਸਕਦਾ ਹੈ। ਸੋ ਸਟਰਕਚਰਸ ਆਫ ਦਾ ਅਮਾਈਨੋ ਐਸਿਡ ਜਿਹੜੇ ਹੈਗੇ ਨੇ ਬੇਟਾ ਉਹ ਅਲੱਗ-ਅਲੱਗ pH 'ਤੇ ਅਲੱਗ-ਅਲੱਗ ਤਰ੍ਹਾਂ ਦਾ ਸਟਰਕਚਰ ਉਹ ਸ਼ੋਅ ਕਰਨਗੇ। ਉਹ ਡਿਪੈਂਡ ਕਰਦਾ pH 'ਤੇ। ਜੇ ਮੰਨ ਲਓ ਆਪਾਂ ਗੱਲ ਕਰੀਏ ਨਿਊਟਰਲ pH 7 ਹੈ, ਹਾਈਡਰੋਜਨ ਅਤੇ ਹਾਈਡਰੋਕਸਿਲ ਆਇਨ ਦੀ ਕੰਸਨਟ੍ਰੇਸ਼ਨ 'ਤੇ ਡਿਪੈਂਡ ਕਰਦਾ ਹੈ। ਹਾਈਡਰੋਜਨ ਆਇਨ ਦੀ ਕੰਸਨਟ੍ਰੇਸ਼ਨ ਜ਼ਿਆਦਾ ਹੈ ਤਾਂ ਕੀ ਹੋ ਜਾਊਗਾ ਬੇਟਾ, ਜੇ ਹਾਈਡਰੋਜਨ ਆਇਨ ਦੀ ਕੰਸਨਟ੍ਰੇਸ਼ਨ ਜ਼ਿਆਦਾ ਹੈ ਸਿਰਫ ਜਿਹੜਾ ਹੈਗਾ ਇਹਦੇ ਕੋਲੇ ਪ੍ਰੋਟੋਨਸ ਆ ਜਾਣਗੇ ਅਤੇ ਇੱਧਰੋਂ ਪ੍ਰੋਟੋਨ ਰਿਲੀਜ਼ ਹੀ ਨਹੀਂ ਹੋਣਗੇ। ਕਿਉਂ? ਕਿਉਂਕਿ ਹਾਈਡਰੋਜਨ ਆਇਨ ਦੀ ਕੰਸਨਟ੍ਰੇਸ਼ਨ ਜ਼ਿਆਦਾ ਹੈ ਤਾਂ ਸਟਰਕਚਰ ਇਹ ਬਣ ਜਾਊਗਾ। ਮਤਲਬ ਕੀ ਹੈ, ਪ੍ਰੋਟੋਨਸ ਜ਼ਿਆਦਾ ਸੀ, ਮੀਡੀਅਮ ਐਸਿਡਿਕ ਸੀ, ਐਸਿਡਿਕ ਮੀਡੀਅਮ ਹੋਣ ਕਰਕੇ ਪ੍ਰੋਟੋਨ ਇੱਥੇ ਤਾਂ ਲੱਗ ਗਏ ਬਟ ਇਹ ਪ੍ਰੋਟੋਨ ਰਿਲੀਜ਼ ਨਹੀਂ ਕਰੂਗਾ ਕਿਉਂਕਿ ਮੀਡੀਅਮ ਹੀ ਸਾਡਾ ਐਸਿਡਿਕ ਹੈ। ਔਨ ਦੀ ਅਦਰ ਹੈਂਡ ਜੇ ਸਾਡਾ ਮੀਡੀਅਮ ਬੇਸਿਕ ਹੈ, ਬੇਸਿਕ ਮੀਡੀਅਮ ਦੇ ਵਿੱਚ ਇਹ ਤਾਂ ਪ੍ਰੋਟੋਨ ਡੋਨੇਟ ਕਰ ਦੂਗਾ ਬਟ ਇਹ ਪ੍ਰੋਟੋਨ ਨੂੰ ਗੇਨ ਨਹੀਂ ਕਰੂਗਾ ਬਿਕੋਜ਼ ਮੀਡੀਅਮ ਕੀ ਆ ਗਿਆ, ਬੇਸਿਕ ਆ ਗਿਆ। ਸੋ ਇਸ ਤਰੀਕੇ ਨਾਲ ਬੇਟਾ ਐਸਿਡਿਕ ਅਤੇ ਬੇਸਿਕ ਮੀਡੀਅਮ ਦੇ ਅਕੋਰਡਿੰਗਲੀ ਇਹ ਅਲੱਗ-ਅਲੱਗ ਹੋ ਸਕਦੇ ਨੇ। ਬਟ ਜੇ ਸਾਡੀ pH ਇਸ ਤਰ੍ਹਾਂ ਦੀ ਹੈਗੀ ਹੈ ਕਿ ਆਪਣੇ ਕੋਲੇ ਇਸ ਤਰ੍ਹਾਂ ਦਾ ਸਟਰਕਚਰ ਐਗਜ਼ਿਸਟ ਕਰਦਾ ਹੈ ਕਿ ਇੱਕ ਪ੍ਰੋਟੋਨ ਜਿਹੜਾ ਇੱਧਰੋਂ ਰਿਲੀਜ਼ ਹੋ ਗਿਆ ਨੈਗੇਟਿਵ ਚਾਰਜ ਆ ਗਿਆ, ਇੱਧਰ ਗੇਨ ਕਰ ਲਿਆ ਪੋਜ਼ਿਟਿਵ ਚਾਰਜ ਆ ਗਿਆ, ਤਾਂ ਇਸ ਤਰ੍ਹਾਂ ਦੇ ਸਟਰਕਚਰ ਨੂੰ ਅਸੀਂ ਕੀ ਬੋਲਾਂਗੇ ਬੇਟਾ, ਜ਼ੁਇਟਰ ਆਇਨਿਕ ਸਟਰਕਚਰ। ਸੋ ਇਹ ਸੀ ਬੇਟਾ ਸਾਰਾ ਅਸੀਂ ਅਮਾਈਨੋ ਐਸਿਡਸ ਬਾਰੇ ਪੜ੍ਹਿਆ। ਐਜ਼ ਵੀ ਨੋ ਕਿ ਅਲੱਗ-ਅਲੱਗ ਤਰ੍ਹਾਂ ਦੇ ਮਾਈਕਰੋ ਮੋਲੀਕਿਊਲਸ ਹੋ ਸਕਦੇ ਨੇ। ਸੋ ਨੈਕਸਟ ਮਾਈਕਰੋ ਮੋਲੀਕਿਊਲ ਜਿਹਦੇ ਬਾਰੇ ਅਸੀਂ ਬੇਟਾ ਪੜ੍ਹਾਂਗੇ ਦੈਟ ਵਿਲ ਬੀ ਲਿਪਿਡ, ਬਟ ਉਹਦੇ ਬਾਰੇ ਅਸੀਂ ਨੈਕਸਟ ਲੈਕਚਰ ਦੇ ਵਿੱਚ ਪੜ੍ਹਾਂਗੇ। ਅੱਜ ਦੇ ਲੈਕਚਰ ਦੇ ਵਿੱਚ ਬੇਟਾ ਅਸੀਂ ਸਿਰਫ ਅਮਾਈਨੋ ਐਸਿਡਸ ਬਾਰੇ ਹੀ ਪੜ੍ਹਿਆ। ਨੈਕਸਟ ਲੈਕਚਰ ਦੇ ਵਿੱਚ ਅਸੀਂ ਬਾਕੀ ਸਾਰੇ ਮਾਈਕਰੋ ਮੋਲੀਕਿਊਲਸ ਬਾਰੇ ਪੜ੍ਹਾਂਗੇ ਅਤੇ ਇਹਨਾਂ ਤੋਂ ਬਣਨ ਵਾਲੇ ਮੈਕਰੋ ਮੋਲੀਕਿਊਲਸ ਬਾਰੇ ਵੀ ਪੜ੍ਹਾਂਗੇ। ਥੈਂਕ ਯੂ ਬੇਟਾ। ਬੇਟਾ ਮੈਂ ਉਮੀਦ ਕਰਦਾ ਕਿ ਇਹ ਟੌਪਿਕ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝ ਲੱਗਿਆ ਹੋਊਗਾ। ਜੇਕਰ ਬੇਟਾ ਇਹ ਟੌਪਿਕ ਵਧੀਆ ਲੱਗਿਆ, ਤੁਹਾਨੂੰ ਵੀਡੀਓ ਅੱਛਾ ਲੱਗਿਆ ਤਾਂ ਇਸ ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ ਅਤੇ ਮੈਕਸਿਮਮ ਨੰਬਰ ਆਫ ਸਟੂਡੈਂਟਸ ਤੱਕ ਬੇਟਾ ਇਹ ਵੀਡੀਓਜ਼ ਭੇਜੋ ਸੋ ਦੈਟ ਸਾਰੇ ਸਟੂਡੈਂਟ ਬੇਟਾ ਲਰਨਰਸ ਬੋਹਾ 'ਤੇ ਲੱਗਣ ਵਾਲੀਆਂ
ਫ੍ਰੀ ਬਾਇਓਲੋਜੀ ਕਲਾਸਿਸ ਦਾ ਫਾਇਦਾ ਲੈ ਸਕਣ। ਤੇ ਬੇਟਾ ਹਮੇਸ਼ਾ ਦੀ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਕਹਿਣਾ ਹੈ ਕਿ ਜੇ ਕੋਈ ਵੀ ਡਾਊਟ ਹੈਗਾ ਤਾਂ ਬੇਝਿਜਕ ਬੇਟਾ ਮੇਰੇ WhatsApp ਨੰਬਰ ਜੋ ਕਿ ਸਕਰੀਨ ਦੇ ਉੱਤੇ ਦਿੱਤਾ ਹੋਇਆ ਹੈ ਇਸ ਦੇ ਉੱਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਆਪਣਾ ਬੇਟਾ WhatsApp ਦਾ ਗਰੁੱਪ ਵੀ ਬਣਿਆ ਹੋਇਆ, ਤੁਸੀਂ ਉਹ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ। ਸੋ ਬੇਟਾ ਜਿੰਨੀਆਂ ਵੀ ਵੀਡੀਓਜ਼ ਆ ਰਹੀਆਂ ਨੇ ਉਹਨਾਂ ਸਾਰੀਆਂ ਵੀਡੀਓਜ਼ ਨੂੰ ਧਿਆਨ ਨਾਲ ਵੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ। ਥੈਂਕ ਯੂ ਬੇਟਾ, ਥੈਂਕ ਯੂ ਵੈਰੀ ਮੱਚ।